ਮੌਦਰਿਕ ਖੇਤਰ ਵਿੱਚ ਸੰਤੁਲਨ। ਜਿਵੇਂ ਕਿ ਅਸੀਂ ਕੱਲ ਦੇਖਿਆ ਸੀਗਾ ਆਪਣਾ ਇਕੁਲਿਬਰੀਅਮ ਇਨ ਗੁੱਡਸ ਮਾਰਕੀਟ ਮੀਨਸ ਰੀਅਲ ਮਾਰਕੀਟ ਕਿ ਰੀਅਲ ਮਾਰਕੀਟ ਦੇ ਵਿੱਚ ਜਿਹੜੀ ਇਕੁਲਿਬਰੀਅਮ ਦੀ ਸਿਚੁਏਸ਼ਨ ਆ ਉਹ ਕਿੱਦਾਂ ਆਉਂਦੀ ਆ। ਤਾਂ ਆਪਾਂ ਨੇ ਦੇਖਿਆ ਸੀ ਕਿ ਆਪਣੀ ਇਕੋਨਮੀ ਦੇ ਵਿੱਚ ਇਕੁਲਿਬਰੀਅਮ ਦੀ ਸਿਚੁਏਸ਼ਨ ਲੈ ਕੇ ਆਉਣ ਦੇ ਲਈ ਜਿਹੜੇ ਟੂ ਪਾਰਟਸ ਨੇ, ਟੂ ਆਪਣੇ ਇਹਨਾਂ ਦੇ ਜਿਹੜੇ ਟੂ ਰੀਜ਼ਨਸ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਕੋਨਮੀ ਡਿਸਇਕੁਲਿਬਰੀਅਮ ਦੇ ਵਿੱਚ ਹੁੰਦੀ ਆ। ਆਪਣੀ ਇਕੋਨਮੀ ਵੀ ਇਕੁਲਿਬਰੀਅਮ ਦੇ ਵਿੱਚ ਉਦੋਂ ਹੁੰਦੀ ਆ, ਸਟੇਬਲਾਈਜੇਸ਼ਨ ਦੇ ਵਿੱਚ ਉਦੋਂ ਹੁੰਦੀ ਆ ਜਦੋਂ ਮੋਨੇਟਰੀ ਸੈਕਟਰ ਤੇ ਰੀਅਲ ਸੈਕਟਰ ਦੋਨਾਂ ਦੇ ਵਿੱਚ ਕੀ ਹੁੰਦਾ, ਇਕੁਲਿਬਰੀਅਮ ਹੁੰਦਾ ਹੈ। ਮੋਨੇਟਰੀ ਤੇ ਰੀਅਲ ਸੈਕਟਰਸ ਦੋਨੇ ਇੱਕ ਦੂਸਰੇ ਤੇ ਇਕੁਅਲ ਹੁੰਦੇ ਨੇ ਤਦ ਕਦੇ ਆਪਣੀ ਇਕੋਨਮੀ ਦੇ ਵਿੱਚ ਇਕੁਲਿਬਰੀਅਮ ਦੀ ਪੋਜੀਸ਼ਨ ਹੁੰਦੀ ਆ। ਤਦ ਇਕੁਲਿਬਰੀਅਮ ਦੀ ਪੋਜੀਸ਼ਨ ਦੇਖਣ ਦੇ ਲਈ ਆਪਾਂ ਨੂੰ ਜਿਹੜਾ ਹੈ ਮੋਨੇਟਰੀ ਸੈਕਟਰ ਤੇ ਜਿਹੜਾ ਰੀਅਲ ਸੈਕਟਰ ਹੈ ਦੋਨਾਂ ਦੇ ਵਿੱਚ ਇਕੁਲਿਬਰੀਅਮ ਨੂੰ ਦੇਖਣਾ ਜ਼ਰੂਰੀ ਹੈ। ਤਾਂ ਇਹਦੇ ਲਈ ਆਪਾਂ IS ਤੇ LM ਜਿਹੜੇ ਮਾਡਲਸ ਨੇ ਉਹਨਾਂ ਨੂੰ ਪੜ੍ਹਦੇ ਹਾਂ। ਜਿਵੇਂ ਕਿ IS ਮਾਡਲ ਜਿਹੜਾ ਆਪਣਾ ਗੁੱਡਸ ਮਾਰਕੀਟ ਨਾਲ ਰਿਲੇਟਡ ਹੈ ਜਿਹੜਾ ਆਪਾਂ ਨੇ ਕਾਲ ਕੀਤਾ ਸੀ, ਤੇ LM ਮਾਡਲ ਜੋ ਆਪਾਂ ਨੇ ਅੱਜ ਕਰਨਾ ਹੈ। LM ਕਰਵ ਆਪਾਂ ਨੇ ਅੱਜ ਕਰਨੀ ਹੈ ਜਿਹਨੂੰ ਲਿਕੁਇਡਿਟੀ ਮਨੀ ਜਿਹੜੀ ਕਰਵ ਹੈ ਉਹ ਵੀ ਬੋਲਦੇ ਆ। ਤਾਂ ਇਹ ਜਿੱਥੇ IS ਤੇ LM ਕਰਵ ਇੱਕ ਦੂਸਰੇ ਤੇ ਇਕੁਅਲ ਹੁੰਦੇ ਨੇ, ਇਕੁਲਿਬਰੀਅਮ ਜਿਹੜੀ GDP ਇਕੁਲਿਬਰੀਅਮ ਆਊਟਪੁੱਟ ਹੈ ਤੇ ਆਪਣੀ ਜਿਹੜੀ ਡਿਮਾਂਡ ਹੈ ਉਹ ਹੁੰਦੀ ਹੈ, ਠੀਕ ਹੈ। ਤੇ ਉੱਥੇ ਇਕੁਲਿਬਰੀਅਮ ਦੀ ਪੋਜੀਸ਼ਨ ਹੁੰਦੀ ਆ। ਜਿਵੇਂ ਕਿ ਆਪਾਂ ਨੇ ਕੱਲ ਦੇਖਿਆ ਸੀਗਾ IS ਕਰਵ ਦੇ ਵਿੱਚ ਕਹਿੰਦੇ ਵਟ ਇਜ਼ ਦਾ ਮੀਨਿੰਗ ਆਫ IS ਕਰਵ ਦਾ ਮਤਲਬ ਸੀਗਾ ਇਨਵੈਸਟਮੈਂਟ ਸੇਵਿੰਗ ਕਰਵ। ਤੇ ਜਿਹੜੀ ਆਪਣੀ ਹੈ ਮੋਨੇਟਰੀ ਸੈਕਟਰ ਦੇ ਵਿੱਚ ਜਿਹੜੀ ਆਪਣੀ ਹੈ LM ਕਰਵ ਜੋ ਆਪਾਂ ਨੇ ਅੱਜ ਕਰਨੀ ਹੈ। LM ਕਰਵ ਜਿਹੜੀ ਆਪਣੀ ਲਿਕੁਇਡਿਟੀ ਆਫ ਮਨੀ ਨੂੰ ਦੱਸਦੀ ਹੈ ਸਾਨੂੰ, ਜਿੱਥੇ ਕਹਿੰਦੇ ਲਿਕੁਇਡਿਟੀ ਆਫ ਮਨੀ ਐਂਡ ਡਿਮਾਂਡ ਫॉर ਮਨੀ ਦੋਨੇ ਕੀ ਨੇ, ਇੱਕ ਦੂਸਰੇ ਦੇ ਇਕੁਅਲ ਨੇ, ਠੀਕ ਹੈ। ਦੈਟ ਇਜ਼ ਦਾ LM ਕਰਵ। ਤੇ ਇਹਦੇ ਵਿੱਚ ਇਕੁਲਿਬਰੀਅਮ ਅੱਜ ਦੇਖਾਂਗੇ। ਤੇ IS ਕਰਵ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ, IC ਕਰਵ ਨੂੰ ਕਹਿੰਦੇ ਨੇ, IS ਕਰਵ ਨੂੰ ਇਨਵੈਸਟਮੈਂਟ ਸੇਵਿੰਗ ਕਰਵ, ਕਿਉਂਕਿ ਉਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਇੱਕ ਇਕੋਨਮੀ ਦੇ ਵਿੱਚ ਰੇਟ ਆਫ ਇੰਟਰਸਟ ਦਾ ਇਨਵੈਸਟਮੈਂਟ ਤੇ ਸੇਵਿੰਗ ਤੇ ਇਫੈਕਟ ਪੈਂਦਾ ਹੈ। ਰੇਟ ਆਫ ਇੰਟਰਸਟ ਤੇ ਆਪਾਂ ਨੇ ਦੇਖਿਆ ਸੀ ਕਿ ਜਿਹੜੀ ਇਨਵੈਸਟਮੈਂਟ ਆ ਉਹਦਾ ਨੈਗੇਟਿਵ ਰਿਲੇਸ਼ਨਸ਼ਿਪ ਹੁੰਦਾ ਹੈ, ਤੇ ਜਿੰਨੀ ਆਪਾਂ ਇਹ ਰੇਟ ਆਫ ਇੰਟਰਸਟ ਵਧੇਗਾ ਉਨੀ ਇਨਵੈਸਟਮੈਂਟ ਘਟੇਗੀ। ਮੀਨਸ ਰੀਅਲ ਸੈਕਟਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਗੁੱਡਸ ਮਾਰਕੀਟ ਦੇ ਵਿੱਚ ਜਿਹੜੀ ਗੁੱਡਸ ਉਹਨਾਂ ਦੀ ਪ੍ਰੋਡਕਸ਼ਨ ਘਟੇਗੀ ਇਨਵੈਸਟਮੈਂਟ ਘਟਣ ਦੇ ਨਾਲ। ਇਨਵੈਸਟਮੈਂਟ ਉਦੋਂ ਘਟੇਗੀ ਜਦੋਂ ਰੇਟ ਆਫ ਇੰਟਰਸਟ ਵਧੇਗਾ। ਦੂਸਰੀ ਤਰਫ ਗੁੱਡਸ ਐਂਡ ਸਰਵਿਸਿਜ਼ ਦੀ ਜਿਹੜੀ ਸਪਲਾਈ ਹੈ ਉਹ ਕਿਵੇਂ ਵਧੇਗੀ, ਜਦੋਂ ਰੇਟ ਆਫ ਇੰਟਰਸਟ ਘੱਟ ਹੋਏਗਾ, ਕਿਉਂਕਿ ਇਨਵੈਸਟਮੈਂਟ ਵੀ ਕੀ ਆ ਉਦੋਂ ਜ਼ਿਆਦਾ ਹੋਏਗੀ। ਜਦੋਂ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਇਨਵੈਸਟਮੈਂਟ ਵੀ ਜ਼ਿਆਦਾ ਹੋਏਗੀ, ਇਨਵੈਸਟਮੈਂਟ ਜ਼ਿਆਦਾ ਹੋਏਗੀ ਤਾਂ ਆਊਟਪੁੱਟ ਵੀ ਜ਼ਿਆਦਾ ਹੋਏਗੀ, ਸਪਲਾਈ ਵੀ ਜ਼ਿਆਦਾ ਹੋਏਗੀ ਤੇ ਡਿਮਾਂਡ ਵੀ ਜ਼ਿਆਦਾ ਹੋਏਗੀ। ਐਗਰੀਗੇਟ ਡਿਮਾਂਡ ਵੀ ਅਫੈਕਟ ਹੋਏਗੀ ਇਸ ਦੇ ਨਾਲ, ਜਿਸ ਦੇ ਨਾਲ ਜਿਹੜੀ ਹੈ ਇਕੁਲਿਬਰੀਅਮ ਦੀ ਪੋਜੀਸ਼ਨ ਆਪਣੀ ਹੈ ਮਾਰਕੀਟ ਦੇ ਵਿੱਚ ਚੇਂਜ ਹੋਏਗੀ। ਤਾਂ ਮਾਰਕੀਟ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਗੁੱਡਸ ਮਾਰਕੀਟ ਦੇ ਵਿੱਚ ਇਕੁਲਿਬਰੀਅਮ ਦੀ ਪੋਜੀਸ਼ਨ ਉੱਥੇ ਹੁੰਦੀ ਹੈ ਜਿੱਥੇ ਕਹਿੰਦੇ ਗੁੱਡਸ ਦੀ ਸਪਲਾਈ ਕਿਹਦੇ ਇਕੁਅਲ ਹੁੰਦੀ ਹੈ, ਗੁੱਡਸ ਦੀ ਡਿਮਾਂਡ ਦੇ ਇਕੁਅਲ ਹੁੰਦੀ ਹੈ। ਉੱਥੇ ਗੁੱਡਸ ਮਾਰਕੀਟ ਦੇ ਵਿੱਚ ਕੀ ਹੋਏਗੀ, ਇਕੁਲਿਬਰੀਅਮ ਦੀ ਪੋਜੀਸ਼ਨ ਹੋਏਗੀ। ਤੇ IS ਕਰਵ ਸਾਨੂੰ ਕੀ ਦੱਸਦੀ ਹੁੰਦੀ ਆ, IS ਕਰਵ ਸਾਨੂੰ ਦੱਸਦੀ ਹੁੰਦੀ ਹੈ ਇਨਵੈਸਟਮੈਂਟ ਇਕੁਅਲ ਟੂ ਸੇਵਿੰਗ। ਜਿੱਥੇ ਸੇਵਿੰਗ ਇਨਵੈਸਟਮੈਂਟ ਦੇ ਇਕੁਅਲ ਹੈ, IS ਕਰਵ ਜਿਹੜੀ ਹੈ ਉਸਦੇ ਸਾਰੇ ਪੁਆਇੰਟਸ ਤੇ ਸੇਵਿੰਗ ਇਨਵੈਸਟਮੈਂਟ ਦੇ ਕੀ ਹੋਏਗੀ, ਇਕੁਅਲ ਹੋਏਗੀ। ਤੇ ਉਸ ਤੋਂ ਬਾਅਦ अपना है LM ਜਿਹੜੀ ਕਰਵ ਜੋ ਆਪਾਂ ਨੇ ਅੱਜ ਪੜਨਾ ਹੈ, ਇਕੁਲਿਬਰੀਅਮ ਇਨ ਮੋਨੇਟਰੀ ਸੈਕਟਰ ਦੇ ਵਿੱਚ ਇਕੁਲਿਬਰੀਅਮ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਇਹਦੇ ਆਬਜੈਕਟਿਵਸ ਪੜਾਂਗੇ ਐਂਡ ਇੰਟਰੋਡਕਸ਼ਨਸ ਰੀਅਲ ਐਂਡ ਨੋਮੀਨਲ ਡਿਮਾਂਡ ਫॉर ਮਨੀ ਪੜਾਂਗੇ ਐਂਡ ਡਿਮਾਂਡ ਫॉर ਐਂਡ ਸਪਲਾਈ ਆਫ ਮਨੀ ਐਂਡ ਮਨੀ ਮਾਰਕੀਟ ਇਕੁਲਿਬਰੀਅਮ। LM ਕਰਵ ਕੀ ਹੁੰਦੀ ਹੈ, LM ਕਰਵ ਦੀ ਸਲੋਪ ਕਿੱਦਾਂ ਦੀ ਹੁੰਦੀ ਆ, ਪੋਜੀਸ਼ਨਸ ਆਫ LM ਕਰਵ ਕੀ ਹੁੰਦੀ ਆ, ਠੀਕ ਹੈ। ਜਿਵੇਂ ਕਿ ਆਪਾਂ ਨੇ IS ਕਰਵ ਦੀ ਪੋਜੀਸ਼ਨ ਦੇਖੀ ਸੀਗੀ, IS ਕਰਵ ਦੀ ਪੋਜੀਸ਼ਨ ਕੀ ਹੁੰਦੀ ਆ, ਲੈਫਟ ਟੂ ਰਾਈਟ ਡਾਊਨਵਰਡ ਹੁੰਦੀ ਆ, ਜੋ ਸਾਨੂੰ ਰੇਟ ਆਫ ਇੰਟਰਸਟ ਤੇ ਇਨਵੈਸਟਮੈਂਟ ਦੇ ਵਿੱਚ ਰਿਲੇਸ਼ਨਸ਼ਿਪ ਦੱਸਦੀ ਆ। ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ ਹੈ ਸਾਡੀ ਇਨਵੈਸਟਮੈਂਟ ਘੱਟ ਹੁੰਦੀ ਹੈ ਤੇ ਆਊਟਪੁੱਟ ਵੀ ਸਾਡੀ ਕੀ ਹੁੰਦੀ ਹੈ, ਡਿਕਰੀਜ਼ ਹੁੰਦੀ ਆ। ਤਾਂ ਇਸ ਤਰ੍ਹਾਂ ਜਿਹੜੀ LM ਕਰਵ ਆਪਾਂ ਉਹਦੀ ਸ਼ੇਪ ਤੇ ਪੋਜੀਸ਼ਨ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਮੋਸਟਲੀ ਆਬਜੈਕਟਿਵਸ ਦੇਖਦੇ ਹਾਂ ਜਿਹੜੇ ਆਪਾਂ ਨੇ ਇਸ ਆਪਾਂ ਦੇਖਾਂਗੇ ਕਿ ਵਾਟ ਇਜ਼ ਦਾ ਆਬਜੈਕਟਿਵਸ ਆਫ LM ਕਰਵ, ਆਪਾਂ ਕਿਉਂ ਪੜ੍ਹਦੇ ਹਾਂ ਉਹਨੂੰ। ਜਿਵੇਂ ਕਿ ਆਪਾਂ ਨੇ ਫਰਸਟਲੀ ਇਕੁਲਿਬਰੀਅਮ ਇਨ ਗੁੱਡਸ ਮਾਰਕੀਟ ਦੇ ਵਿੱਚ ਦੇਖਿਆ ਸੀਗਾ ਕਿ ਗੁੱਡਸ ਮਾਰਕੀਟ ਦੇ ਵਿੱਚ ਕਹਿੰਦੇ ਇਕੁਲਿਬਰੀਅਮ ਕਿੱਦਾਂ ਮੈਂਸ਼ਨ ਹੁੰਦਾ ਹੈ, ਤਾਂ ਇਕੋਨਮੀ ਕਿੱਦਾਂ ਵਰਕ ਕਰਦੀ ਹੈ ਨਾਲ ਰੀਅਲ ਮਾਰਕੀਟ ਐਂਡ ਗੁੱਡਸ ਮਾਰਕੀਟਸ। ਕਹਿੰਦੇ ਉਹਦੇ ਗੁੱਡਸ ਮਾਰਕੀਟ ਦੇ ਵਿੱਚ ਗੁੱਡਸ ਦੇ ਥਰੂ ਵਰਕ ਹੁੰਦਾ ਹੈ, ਠੀਕ ਹੈ। ਗੁੱਡਸ ਦੀ ਡਿਮਾਂਡ ਤੇ ਸਪਲਾਈ ਹੁੰਦੀ ਆ, ਇਨਵੈਸਟਮੈਂਟ ਤੇ ਸੇਵਿੰਗ ਆਉਂਦੀ ਆ। ਐਵੇਂ ਜਿਹੜੀ ਆਪਣੀ ਮਨੀ ਮਾਰਕੀਟ ਹੈ ਇਹਨੂੰ ਆਪਾਂ ਐਸੈਟ ਮਾਰਕੀਟ ਵੀ ਕਹਿੰਦੇ ਆ, ਠੀਕ ਹੈ। ਇਹ ਮਨੀ ਮਾਰਕੀਟ ਦੇ ਵਿੱਚ ਜਿਹੜੀ ਐਸੈਟ ਮਾਰਕੀਟ ਹੈ, ਐਸੈਟਸ ਨੇ ਉਹ ਇੰਪੋਰਟੈਂਟ ਰੋਲ ਨੇ ਜਿਹੜੇ ਪਲੇ ਕਰਦੇ ਨੇ। ਤਾਂ ਐਸੈਟਸ ਕੀ ਹੁੰਦਾ ਹੈ,
the asset market affect the level of income and output ਜਿਹੜੀ asset market ਹੈ money market ਹੈ ਉਹਦੇ ਥਰੂ ਜਿਹੜੀ ਆਪਣੀ ਇਨਕਮ ਹੈ ਉਹ ਇਨਕਰੀਜ਼ ਵੀ ਹੁੰਦੀ ਹੈ ਇਕਨੋਮੀ ਦੇ ਵਿੱਚ ਤੇ ਡਿਕਰੀਜ਼ ਵੀ ਹੁੰਦੀ ਆ ਤੇ ਇਹਦੇ ਥਰੂ ਲੈਵਲ ਆਫ ਇਨਕਮ ਐਂਡ ਆਊਟਪੁੱਟ ਹੈ ਜਿਹੜਾ ਉਹ ਵੀ ਕੀ ਹੁੰਦਾ ਹੈ ਚੇਂਜ ਹੁੰਦਾ ਹੈ ਦੇਖੋ ਜਿਹੜੇ ਟੂ ਸੈਕਟਰਸ ਨੇ ਆਪਣਾ ਰੀਅਲ ਸੈਕਟਰਸ ਮੀਨਸ ਗੁੱਡਸ ਮਾਰਕੀਟ ਐਂਡ ਮੋਨੇਟਰੀ ਮਾਰਕੀਟ ਇੱਕ ਦੂਸਰੇ ਤੇ ਕੀ ਕਰਦੇ ਨੇ ਡਿਪੈਂਡ ਕਰਦੇ ਨੇ ਠੀਕ ਹੈ ਐਂਡ ਉਸ ਤੋਂ ਬਾਅਦ ਜਿਵੇਂ ਕਿ ਲਾਰਜ ਵੋਲਿਊਮ ਆਫ ਟ੍ਰੇਡਿੰਗ ਅਕਰਸ ਐਵਰੀ ਡੇ ਇਨ ਦਾ ਐਸੈਟ ਮਾਰਕੀਟਸ ਤੁਹਾਨੂੰ ਪਤਾ ਹੈ ਕਿ ਅਗਰ ਲਾਰਜ ਟ੍ਰੇਡਿੰਗ ਹੋਏਗੀ ਗੁੱਡਸ ਐਂਡ ਸਰਵਿਸਿਜ਼ ਹੀ ਚਾਹੇ ਟ੍ਰੇਡਿੰਗ ਨਾ ਹੋਵੇ ਉਹਦੇ ਥਰੂ ਕੀ ਹੋਏਗੀ ਇਨਕਮ ਜਨਰੇਟ ਹੋਏਗੀ ਜਿਹੜੀ ਮੋਨੇਟਰੀ ਮਾਰਕੀਟ ਹੈ ਜਿੱਥੇ ਮਨੀ ਦੀ ਸਪਲਾਈ ਇਨਕਰੀਜ਼ ਡਿਕਰੀਜ਼ ਹੁੰਦੀ ਹੈ ਤਾਂ ਉਹਨਾਂ ਐਸੈਟਸ ਤੇ ਅਫੈਕਟ ਪਏਗਾ ਤਾਂ ਕਹਿੰਦੇ ਟੂ ਕੈਟਾਗਰੀਜ਼ ਦੇ ਵਿੱਚ ਜਿਹੜੇ ਐਸੈਟਸ ਨੇ ਮਨੀ ਨਾਲ ਰਿਲੇਟਡ ਨੇ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ ਹੈ ਫਰਸਟ ਇਜ਼ ਦਾ ਮਨੀ ਜਿਹੜੀ ਮਨੀ ਹੁੰਦੀ ਆ ਮਿਸ ਕੁਆਇਨਸ ਨੋਟਸ ਹੁੰਦੇ ਨੇ ਠੀਕ ਹੈ ਆਪਣੇ ਪੀਪਲਸ ਦੇ ਹੈਂਡ ਦੇ ਵਿੱਚ ਤਾਂ ਆਪਾਂ ਸਿੰਪਲੀ ਟੂ ਕੈਟਾਗਰੀਜ਼ ਦੇ ਵਿੱਚ ਐਸੈਟਸ ਨੂੰ ਡਿਵਾਈਡ ਕਰਦੇ ਆ ਇੱਕ ਤਾਂ ਹੁੰਦੀ ਆ ਮਨੀ ਜਿਹੜੀ ਕੈਸ਼ ਇਨ ਹੈਂਡਸ ਪੀਪਲਸ ਦੇ ਹੈਂਡ ਦੇ ਵਿੱਚ ਕੈਸ਼ ਦੀ ਫਾਰਮ ਦੇ ਵਿੱਚ ਹੁੰਦੀ ਆ ਐਂਡ ਦੂਸਰਾ ਹੁੰਦਾ ਹੈ ਇੰਟਰਸਟ ਬੀਅਰਿੰਗ ਐਸੈਟਸ ਇੰਟਰਸਟ ਬੀਅਰਿੰਗ ਐਸੈਟਸ ਮਤਲਬ ਕਿ ਆਪਾਂ ਜਦੋਂ ਐਸੈਟਸ ਦੇ ਵਿੱਚ ਪੈਸਾ ਲਗਵਾਉਂਦੇ ਆ ਕਿਸੇ ਵੀ ਜਿਵੇਂ ਕਿ ਸ਼ੇਅਰਸ ਹੋ ਗਏ ਬੌਂਡਸ ਹੋ ਗਏ ਡਿਵੈਂਚਰ ਹੋ ਗਏ ਸਿਕਿਉਰਿਟੀਜ਼ ਹੋ ਗਏ ਜੋ ਲਿਕੁਇਡਿਟੀ ਫਾਰਮ ਦੇ ਵਿੱਚ ਹੁੰਦੇ ਨੇ ਜਿਹਨਾਂ ਨੂੰ ਆਪਾਂ ਈਜ਼ੀਲੀ ਮਨੀ ਦੇ ਵਿੱਚ ਕਨਵਰਟ ਕਰਵਾ ਸਕਦੇ ਆ ਕਹਿੰਦੇ ਇਹ ਕਿਸ ਚੀਜ਼ ਤੇ ਡਿਪੈਂਡ ਕਰਦੇ ਨੇ ਇੰਟਰਸਟ ਤੇ ਡਿਪੈਂਡ ਕਰਦੇ ਨੇ ਇੰਟਰਸਟ ਬੀਅਰਿੰਗ ਹੁੰਦੇ ਨੇ ਕਿਉਂਕਿ ਸਾਨੂੰ ਇਹਨਾਂ ਐਸੈਟਸ ਦੇ ਥਰੂ ਕੀ ਮਿਲਦੀ ਆ ਆਪਣਾ जो है रेट ऑफ इंटरेस्ट मिलता है ठीक है तो ये रेट ऑफ इंटरेस्ट ते की डिपेंड करते हैं तो टू ਜਿਹੜੇ ਪਾਰਟਸ ਨੇ ਇਹਦੇ ਵਿੱਚ ਐਸੈਟਸ ਨੂੰ ਡਿਵਾਈਡ ਕੀਤਾ ਹੈ ਇੱਕ ਤਾਂ ਮਨੀ ਦੀ ਫਾਰਮ ਦੇ ਵਿੱਚ ਦੂਸਰਾ ਲਿਕੁਇਡਿਟੀ ਫਾਰਮ ਦੇ ਵਿੱਚ ਐਸੈਟਸ ਦੀ ਫਾਰਮ ਦੇ ਵਿੱਚ ਜਿਵੇਂ ਕਿ ਸ਼ੇਅਰ ਬੌਂਡਸ ਸਿਕਿਉਰਿਟੀਜ਼ ਐਂਡ ਡਿਬੈਂਚਰਸ ਤੇ ਪੈਸਾ ਕੀ ਕਰਨਾ ਇਨਵੈਸਟ ਕਰਨਾ ਕਹਿੰਦੇ ਬੌਂਡ ਕੀ ਹੁੰਦਾ ਹੈ ਅ ਬੌਂਡ ਇਜ਼ ਅ ਪ੍ਰੋਮਿਸਿਸ ਟੂ ਪੇ ਦਾ ਐਗਰੀਡ ਅਮਾਉਂਟ ਆਫ ਮਨੀ ਟੂ ਇਟਸ ਹੋਲਡਰ ਐਟ ਅ ਸਮ ਫਿਊਚਰ ਡੇ ਜਿਵੇਂ ਕਿ ਆਪਾਂ ਨੇ ਕੋਈ ਬੌਂਡ ਬਾਈ ਕਰ ਲਿਆ ਠੀਕ ਹੈ ਬੌਂਡ ਹੋ ਗਿਆ ਆਪਣਾ ਠੀਕ ਹੈ ਕੋਈ ਵੀ ਠੀਕ ਹੈ ਆਪਾਂ ਨੇ ਸਿਕਿਉਰਿਟੀਜ਼ ਜਾਂ ਫਿਰ ਆਪਣਾ ਹੈ ਸ਼ੇਅਰਸ ਵਗੈਰਾ ਲਿੱਤੇ ਤਾਂ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਕਹਿੰਦੇ ਆਪਾਂ ਨੇ ਬੌਂਡ ਸਾਈਨ ਕੀਤਾ ਹੁੰਦਾ ਹੈ ਤੇ ਆਪਾਂ ਨੂੰ ਉਸ ਤੋਂ ਬਾਅਦ ਫਿਊਚਰ ਦੇ ਵਿੱਚ ਉਸ ਟਾਈਮ ਤੇ ਜੋ ਆਪਾਂ ਨੇ ਲਿਖਿਆ ਹੁੰਦਾ ਰਿਟਨ ਦੇ ਵਿੱਚ ਹੁੰਦਾ ਹੈ ਤਾਂ ਉਸ ਤੇ ਆਪਾਂ ਜਿਹੜੀ ਮਨੀ ਹੈ ਸਾਡੀ ਉਹ ਵਾਪਿਸ ਮਿਲ ਜਾਂਦੀ ਆ ਪਰ ਕਿਹਦੇ ਨਾਲ ਜਿਹਦੇ ਪਰ ਐਕਸਟਰਾ ਸਾਨੂੰ ਮਨੀ ਮਿਲਦੀ ਆ ਜਿਵੇਂ ਕਿ ਅਗਰ ਆਪਾਂ ਨੇ 100 ਰੁਪੀਸ ਦਾ ਕੋਈ ਵੀ ਬੌਂਡ ਕਰਵਾਇਆ ਹੈ ਤਾਂ ਫਿਊਚਰਸ ਦੇ ਵਿੱਚ ਕਹਿੰਦੇ ਜਿਹੜੇ ਲੈਂਡਰਸ ਨੇ ਸਪੈਸੀਫਿਕ ਡੇਟ ਤੇ ਉਹ ਸਾਨੂੰ ਵਿਦ ਐਕਸਟਰਾ ਮਨੀ ਦੇਣਗੇ ਜਿਵੇਂ ਕਿ ਅਗਰ ਉਹਨਾਂ ਨੇ ਹਰੇਕ ਲੈਂਡਰ ਨੇ ਪ੍ਰੋਮਿਸਿਸ ਕੀਤਾ ਹੈ ਕਿ ਉਹਨੇ 4% 1 ਈਅਰ ਦਾ ਪੇ ਕਰਨਾ ਹੈ ਅਗਰ 100 ਰੁਪੀਸ ਨੇ ਤਾਂ 4 ਰੁਪੀਸ 4% ਉਹ ਆਪਣੇ ਕੋਲੋਂ ਪੇ ਕਰਨਗੇ ਠੀਕ ਹੈ ਦੈਨ ਉਹਨੇ 104 ਰੁਪੀਸ ਨੇ ਉਹਨੇ ਪਾਰਟਿਕੂਲਰ ਅਮਾਉਂਟ ਹੈ ਜਿਹੜੀ ਉਹ ਪੇ ਕਰਨੀ ਹੈ ਤਾਂ 100 ਰੁਪੀਸ ਦੀ ਜਿਹੜੀ ਹੈ 4 ਆਪਾਂ ਨੂੰ ਐਕਸਟਰਾ ਪੇਮੈਂਟ ਹੋਏਗੀ ਤਾਂ ਇਹ ਕੀ ਹੋ ਗਿਆ ਫੋਰ ਰੇਟ ਆਫ ਇੰਟਰਸਟ ਵੀ ਹੋ ਸਕਦਾ ਹੈ ਠੀਕ ਹੈ ਜੋ 1 ਐਂਡ 2 ਇਅਰਸ ਦੇ ਵਿੱਚ ਆਪਾਂ ਨੂੰ ਮਿਲਣਾ ਹੈ ਤਾਂ ਇਸ ਤਰ੍ਹਾਂ ਆਪਾਂ ਐਸੈਟਸ ਦੇ ਵਿੱਚ ਕੀ ਕਰਦੇ ਆ ਪੈਸਾ ਇਨਵੈਸਟ ਕਰਦੇ ਆ ਕਹਿੰਦੇ ਇਫ ਐਨ ਇੰਡੀਵਿਜੂਅਲਸ ਡਿਸਾਈਡ ਟੂ ਹੈਵ ਮੋਰ ਨੰਬਰ ਆਫ ਬੌਂਡਸ she will receive more amount of interest income accordingly ਕਿਉਂਕਿ ਬੌਂਡਸ ਦੇ ਬਦਲੇ ਸ਼ੇਅਰਸ ਦੇ ਬਦਲੇ ਕਹਿੰਦੇ ਜਦੋਂ ਰੇਟ ਆਫ ਇੰਟਰਸਟ ਸਾਡਾ ਇਨਕਰੀਜ਼ ਹੁੰਦਾ ਹੈ ਠੀਕ ਹੈ ਆਪਣੀ ਇਕਨੋਮੀ ਦੇ ਵਿੱਚ ਤਦ ਕਹਿੰਦੇ ਬੈਨੀਫਿਟਸ ਹੁੰਦਾ ਹੈ ਸ਼ੇਅਰ ਬੌਂਡਸ ਮੀਨਸ ਇਹਨਾਂ ਐਸੈਟਸ ਦੇ ਥਰੂ ਕਹਿੰਦੇ ਜਦੋਂ ਜ਼ਿਆਦਾ ਬੌਂਡਸ ਨੰਬਰ ਆਫ ਬੌਂਡਸ ਨੂੰ ਆਪਾਂ ਬਾਈ ਕਰਨਾ ਚਾਹੁੰਦੇ ਆ ਪਸੰਦ ਕਰਦੇ ਤਾਂ ਇਟਸ ਮੀਨਸ ਕਿ ਆਪਾਂ ਨੂੰ ਉਹਨਾਂ ਦਾ ਜੋ ਹੈ ਰਿਟਰਨ ਜ਼ਿਆਦਾ ਮਿਲਣਾ ਹੈ ਆਪਾਂ ਨੂੰ ਬੌਂਡਸ ਐਸੈਟਸ ਦੇ ਵਿੱਚ ਜਿਹੜੀ ਮਨੀ ਹੈ ਉਸਨੂੰ ਇਨਵੈਸਟ ਕਰਕੇ ਫਾਇਦਾ ਹੈ ਤਾਂ ਕਹਿੰਦੇ ਕੀ ਆ ਆਪਾਂ ਲਿਕੁਇਡਿਟੀ ਜਿਹੜੇ ਐਸੈਟਸ ਨੇ ਇਹਨਾਂ ਨੂੰ ਈਜ਼ੀਲੀ ਮਨੀ ਦੇ ਵਿੱਚ ਟ੍ਰਾਂਸਫਰ ਕਰਵਾ ਕੇ ਕਹਿੰਦੇ ਕੋਈ ਵੀ ਜਿਹੜੀ ਚੀਜ਼ ਆ ਜਿਹੜੀ ਆਪਾਂ ਚਾਹੁੰਦੇ ਉਹਨੂੰ ਆਪਾਂ ਬਾਏ ਕਰ ਸਕਦੇ ਹਾਂ ਕਹਿੰਦੇ ਇਨ ਦ ਕੇਸ ਆਫ ਬੌਂਡਸ how liquidity is comprises such decisions are called portfolio decisions mostly which portfolio investment on the ठीक है कहते total wealth of an individuals would either be held in the form of money or in the form of bonds ਜਾਂ ਤਾਂ ਆਪਣੀ ਇਨਕਮ ਨੂੰ ਉਹ ਮਨੀ ਦੀ ਫਾਰਮ ਦੇ ਵਿੱਚ ਕੈਸ਼ ਦੇ ਵਿੱਚ ਰੱਖ ਸਕਦਾ ਜਾਂ ਉਹ ਕਿਸੇ ਵੀ ਬੌਂਡਸ ਦੇ ਵਿੱਚ ਇਨਵੈਸਟ ਕਰਵਾ ਸਕਦਾ ਹੈ wealth of an individual should add up the money held in the different types of assets ਜਿਵੇਂ ਕਿ ਜਿਹੜੇ ਡਿਫਰੈਂਟ ਟਾਈਪਸ ਆਫ ਐਸੈਟਸ ਨੇ ਸ਼ੇਅਰਸ ਨੇ ਬੌਂਡਸ ਨੇ ਡਿਵੈਂਚਰਸ ਨੇ ਤਾਂ ਉਹਨਾਂ ਦੇ ਵਿੱਚ ਇਨਵੈਸਟ ਕਰੂਗਾ ਤਾਂ ਉਹਨੂੰ ਜਿਹੜੀ ਐਕਸਟਰਾ ਮਨੀ ਉਹ ਕੀ ਹੋਏਗੀ ਹੈਲਪ ਹੋਏਗੀ ਕਹਿੰਦੇ ਸਟੇਟ ਆਫ ਇਕਨੋਮੀ ਡਿਪੈਂਡਸ ਔਨ ਬੋਥ ਗੁੱਡਸ ਮਾਰਕੀਟ ਐਂਡ ਐਸੈਟ ਮਾਰਕੀਟ ਕਹਿੰਦੇ ਜਿਹੜੀ ਇਕਨੋਮੀ ਆ ਉਹ ਦੋਨੇ ਜਿਹੜੇ ਹੈ ਸੈਕਟਰਸ ਤੇ ਡਿਪੈਂਡ ਕਰਦੀ ਆ ਗੁੱਡਸ ਮਾਰਕੀਟ ਜਿੱਥੇ ਗੁੱਡਸ ਦੀ ਪ੍ਰੋਡਕਸ਼ਨ ਤੇ ਡਿਮਾਂਡ ਹੁੰਦੀ ਹੈ ਉਹਨਾਂ ਤੇ ਵੀ ਤੇ ਦੂਸਰੀ ਟਾਈਪ ਮਨੀ ਮਾਰਕੀਟ ਜਿੱਥੇ ਮਨੀ ਦੀ ਸਪਲਾਈ ਤੇ ਡਿਮਾਂਡ ਹੁੰਦੀ ਆ ਉਸ ਤੇ ਵੀ ਇਕਨੋਮੀ ਕੀ ਕਰਦੀ ਹੈ ਡਿਪੈਂਡ ਕਰਦੀ ਆ ਤਾਂ देयर इज एन इंपॉर्टेंट लिंक बिटवीन द टू ਇਹਨਾਂ ਦੇ ਵਿੱਚ ਇੰਪੋਰਟੈਂਟ ਕਹਿੰਦੇ ਰਿਲੇਸ਼ਨ ਹੈ
ਕਹਿੰਦੇ both goods and assets market ਦੇ ਵਿੱਚ ਜਿਵੇਂ ਕਿ ਆਪਾਂ ਨੇ ਨੈਕਸਟ ਦੇ ਵਿੱਚ ਦੇਖਣਾ ਹੈ ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਤਾਂ ਆਈਐਸ ਤੇ ਐਲਐਮ ਦੇ ਕਰਵ ਦੇ ਥਰੂ ਦੇਖਾਂਗੇ ਆਪਾਂ ਜਿੱਥੇ ਕਹਿੰਦੇ ਆਪਣੀ ਗੁੱਡਸ ਮਾਰਕੀਟ ਤੇ ਜਿਹੜੀ ਮਨੀ ਮਾਰਕੀਟ ਆ ਉਹ ਇੱਕ ਦੂਸਰੇ ਦੇ ਕੀ ਹੋਏਗੀ ਇਕੁਅਲ ਹੋਏਗੀ ਤਾਂ ਉੱਥੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੋਏਗੀ ਇਕੁਇਲਿਬ੍ਰੀਅਮ ਰੇਟ ਆਫ ਇੰਟਰਸਟ ਹੋਏਗਾ ਤੇ ਇਕੁਇਲਿਬ੍ਰੀਅਮ ਲੈਵਲ ਆਫ ਆਊਟਪੁੱਟ ਹੋਏਗੀ ਇਕਨੋਮੀ ਦੇ ਵਿੱਚ ठीक है ये सीगा अपना ਜਿਹੜਾ है एल एम का भी वट इज द मॉनेटरी सैक्टर है कि जिथे मनी की सप्लाई ते डिमांड की जाती है तो नैक्सट इज रियल एंड नॉमिनल डिमांड कहते जी डिमांड है मनी की वो टू टाइप की होंगी है फर्स्ट इज अ रियल डिमांड फॉर मनी एंड सैकेंड इज अ नॉमिनल डिमांड फॉर मनी देयर इज अ डिफरेंस बिटवीन टू तो देखो कहते जिमें कि फर्स्टली द नॉमिनल डिमांड फॉर मनी एंड द रियल डिमांड फॉर मनी नॉमिनल डिमांड फॉर मनी की होंगी है कहते ਇਹ ਉਹ ਅਮਾਉਂਟ ਹੁੰਦੀ ਆ ਮਨੀ ਦੀ ਇੰਡੀਆ ਦੇ ਵਿੱਚ ਫੋਰ ਐਗਜ਼ਾਮਪਲ ਜਿਵੇਂ ਕਿ ਰੁਪੀਸ ਦੇ ਵਿੱਚ ਇਹ ਅਮਾਉਂਟ ਆਪਾਂ ਰੁਪੀਸ ਦੇ ਵਿੱਚ ਲੈਣੇ ਆ ਨੋਮੀਨਲ ਅਮਾਉਂਟ ਨੂੰ ਜੋ ਆਪਣੇ ਕੋਲ ਪਈ ਹੈ ਜਿਵੇਂ ਕਿ 10000 ਮੇਰੇ ਕੋਲ ਕੈਸ਼ ਦੇ ਵਿੱਚ ਪਿਆ ਹੈ that is a nominal demand for money ਕਹਿੰਦੇ nominal demand for money is the amount of money in numbers of rupees demanded by an individuals कहते जो किसी भी इंडिविजुअल के द्वारा 5000 10,000 पैसे मंगे जाते हैं बैंक के जाके भी पैसे लिते जाते हैं दिस इज द नॉमिनल डिमांड फॉर मनी ठीक है कि मैंने 500 चाहिए मैंने 10,000 चाहिए मैंने 1 लाख चाहिए मनी की फॉर्म के जो आप पैसे रिसीव करते अपने को रखते हैं दैट इज द नॉमिनल डिमांड फॉर मनी एंड द नेक्स्ट इज अ रियल डिमांड फॉर मनी इज आल्सो द डिमांड फॉर मनी but in the terms of number of units of goods that money will buy ਕਹਿੰਦੇ ਨੋਮੀਨਲ ਡਿਮਾਂਡ ਦੀ ਤਰ੍ਹਾਂ ਜਿਹੜੀ ਰੀਅਲ ਡਿਮਾਂਡ ਆ ਉਹਦੇ ਵਿੱਚ ਵੀ ਮਨੀ ਦੀ ਡਿਮਾਂਡ ਹੁੰਦੀ ਆ ਬਟ ਕਿਸ ਦੇ ਲਈ ਹੁੰਦੀ ਆ ਉਹ ਡਿਮਾਂਡ ਹੁੰਦੀ ਹੈ ਜਿਹਦੇ ਥਰੂ ਅਸੀਂ ਗੁੱਡਸ ਨੂੰ ਬਾਏ ਕਰ ਸਕੀਏ ਗੁੱਡਸ ਐਂਡ ਸਰਵਿਸਿਜ਼ ਨੂੰ ਪਰਚੇਸ ਕਰ ਸਕੀਏ ਤਾਂ ਰੀਅਲ ਡਿਮਾਂਡ ਇਜ਼ ਇਕੁਅਲ ਟੂ ਨੋਮੀਨਲ ਡਿਮਾਂਡ ਫॉर ਮਨੀ ਡਿਵਾਈਡ ਬਾਈ ਦਾ ਪ੍ਰਾਈਸ ਲੈਵਲ ਕਹਿੰਦੇ ਰੀਅਲ ਡਿਮਾਂਡ ਨੂੰ ਆਪਾਂ ਕਿੱਦਾਂ ਕੱਢ ਸਕਦੇ ਹਾਂ ਜਦੋਂ ਨੋਮੀਨਲ ਡਿਮਾਂਡ ਨੂੰ ਆਪਾਂ ਪ੍ਰਾਈਸ ਦੇ ਨਾਲ ਡਿਵਾਈਡ ਕਰਦੇ ਆ ਤਾਂ ਆਪਣੀ ਜਿਹੜੀ ਰੀਅਲ डिमांड फॉर मनी और निकल जाती है तो रियल डिमांड फॉर मनी मीन्स मनी की परचेजिंग पावर की है फर्स्टली नॉमिनल डिमांड जो कैश के फॉर्म के आप डिमांड करते हैं इन रुपीज के जिमें कि फॉर एग्जाम्पल मैं 5,000 रुपीज की डिमांड की है ठीक है तो मैं 5,000 रुपीज की डिमांड की है तो मेरे को कैश के फॉर्म के पे है तो रियल डिमांड फॉर मनी मीनस मैं 5,000 की डिमांड जी की थ्रू मैं गुड्स एंड सर्विसिज को बाय करना है तो मैं किन्नियां गुड्स एंड सर्विसिज को बाय कर सकती हाँ उन्होंने जो गुड्स का प्राइस है जो मैं उन्होंने नॉमिनल डिमांड के नाल डिवाइड करूंगी तो रियल डिमांड फॉर मनी जो साडी निकल आएगी नॉमिनल डिमांड फॉर मनी को WN के नाल की है डिनोट करते हैं नॉमिनल डिमांड फॉर मनी की है WN जो ਆਪਾਂ ਨੋਮੀਨਲ ਵੈਲਥ ਵੀ ਕਹਿ ਦਿੰਦੇ ਇਹਨੂੰ ਨੋਮੀਨਲ ਵੈਲਥ ਵੀ ਕਹਿ ਦਿੰਦੇ ਆ ਨੋਮੀਨਲ ਡਿਮਾਂਡ ਆਫ ਮਨੀ ਨੂੰ ਜਿਵੇਂ ਕਿ ਕੀ ਆ ਫॉर एग्जांपल 500 ਕੀ ਆ ਮੇਰੀ ਨੋਮੀਨਲ ਡਿਮਾਂਡ ਫॉर ਮਨੀ ਹੈ ਨੋਮੀਨਲ ਵੈਲਥ ਹੈ द प्राइस लेवल इज ₹5 ਜੇ ਕੋਈ ਮੈਂ ਕਿਸੇ ਗੁੱਡ ਨੂੰ ਬਾਈ ਕਰਨਾ ਹੈ ਇਹਨਾਂ ਦੇ ਥਰੂ ਤਾਂ ਮੇਰੀ ਜਿਹੜੀ ਪ੍ਰਾਈਸ ਹੈ ਗੁੱਡ ਦੀ ਕਿੰਨੀ ਹੈ ₹5 ਹੈ ਦੈਨ ਕਹਿੰਦੇ ਰੀਅਲ ਡਿਮਾਂਡ ਫॉर ਮਨੀ ਕਿੰਨੀ ਹੋਏਗੀ ਕਿ ਮੈਂ 500 ਦੇ ਥਰੂ किन्नियां गुड्स नु बाय कर सकता है जे हर एक गुड दी प्राइस 5 है मेरी रियल डिमांड फॉर मनी कितनी है 500 डिवाइड बाय 5 इज इक्वल टू 10 ता मेरी जी रियल डिमांड फॉर मनी है दैट इज अ 100 गुड्स होएगी ठीक है रियल डिमांड फॉर मनी 100 गुड्स क्योंकि 500 मींस नॉमिनल डिमांड फॉर मनी डिवाइड बाय प्राइस ऑफ गुड्स is equal to 100 is the real demand for money means 500 ਜਿਹੜੀ ਹੈ ਮੇਰੇ ਕੋਲ nominal money ਤਾਂ ਉਹਦੇ ਥਰੂ ਮੈਂ ਜਿਹੜੀ ਹੈ 100 goods ਨੂੰ purchase ਕਰ ਸਕਦੀ ਹਾਂ this is the real demand for money and the real demand for money is also known as the demand for money balances or real balances real bond holding will the equal to sum of money and the bond holding divided by the price level real financial wealth of an individual should be equal to the sum of demand for real balances real wealth ਜਿਹੜੀ ਉਹ balances ਦੇ equal ਹੁੰਦੀ ਹੈ ਤਾਂ ਆਪਾਂ ਜਿਹੜੀ ਰੀਅਲ ਵੈਲਥ ਹੈ ਉਹਨੂੰ ਆਪਾਂ L ਦੇ ਨਾਲ ਡਿਨੋਟ ਕਰਦੇ ਆ ਰੀਅਲ ਬੈਲੈਂਸਿਸ ਨੂੰ ਰੀਅਲ ਡਿਮਾਂਡ ਫॉर ਮਨੀ ਇਜ਼ ਇਕੁਅਲ ਟੂ L ਜਿਵੇਂ ਕਿ ਇੱਥੇ ਲਿਖਿਆ ਹੋਇਆ ਹੈ ਆਪਣਾ 2.1 जो है अपना इक्वेशन है L इज अ ਜਿਹੜੀ ਹੈ ਆਪਣੀ ਬੈਲੈਂਸਿਸ ਰੀਅਲ ਬੈਲੈਂਸਿਸ ਪਲੱਸ
BH की अपना BH इज अ बॉन्ड होल्डिंग, रियल बॉन्ड होल्डिंग, किन्ने बॉन्ड अपने होल्ड किए हुए ने एंड उस तो बाद जिहड़ा है इज इक्वल टू WN, जो WN है दिस इज द नॉमिनल वेल्थ डिवाइड बाय प्राइस, ਜਿਹੜੀ अपने को नॉमिनल वेल्थ है टोटल ਜਿਹੜੀ डिमांड मनी की डिमांड है ਉਹਨੂੰ ਜਦੋਂ ਆਪਾਂ ਪ੍ਰਾਈਸ ਦੇ ਨਾਲ ਡਿਵਾਈਡ ਕਰਾਂਗੇ ਤਾਂ ਆਪਣੀ ਰੀਅਲ ਜਿਹੜੀ डिमांड फॉर मनी और निकल आएगी तो ये किस चीज़ के इक्वल है एल मीन्स जो रियल बैलेंसिस प्लस बॉन्ड होल्डिंग्स, जो बॉन्ड होल्डिंग के लिए डिमांड है तो ये दोनों की एक दूसरे के इक्वल ने, एक पासे नॉमिनल डिमांड दूसरे पासे रियल डिमांड। The decision of holding more real balances would mean a decision to hold less real wealth in the form of bonds। ਕਹਿੰਦੇ ਦੇਖੋ ਅਗਰ ਤੁਹਾਡੀ ਰੀਅਲ ਡਿਮਾਂਡ ਫॉर ਮਨੀ ਜ਼ਿਆਦਾ ਹੋਏਗੀ ਮੀਨਸ ਤੁਸੀਂ ਗੁੱਡਸ ਨੂੰ ਪਰਚੇਜ਼ ਕਰਨਾ ਜ਼ਿਆਦਾ ਚਾਹੁੰਦੇ ਹੋ ਮਨੀ ਦੇ ਥਰੂ, ਤਦ ਤਾਂ ਕਹਿੰਦੇ ਆਪਣੀ ਜਿਹੜੀ ਬੌਂਡਸ ਦੇ ਲਈ ਡਿਮਾਂਡ ਫॉर ਮਨੀ ਹੈ ਉਹ ਕੀ ਘੱਟ ਹੋਏਗੀ ਕਿਉਂਕਿ ਤੁਸੀਂ ਕੈਸ਼ ਦੀ ਫਾਰਮ ਦੇ ਵਿੱਚ ਘੱਟ ਰੱਖਣਾ ਪਸੰਦ ਕਰਦੇ ਹੋ, ਐਸੈਟਸ ਦੇ ਵਿੱਚ ਘੱਟ ਇਨਵੈਸਟ ਕਰਨਾ ਪਸੰਦ ਕਰਦੇ ਹੋ, ਤੁਸੀਂ ਉਹਦੀ ਜਗ੍ਹਾ ਤੇ ਕੰਜ਼ੰਪਸ਼ਨ ਦੇ ਲਈ ਜਿਹੜੀ ਡਿਮਾਂਡ ਆ ਉਹ ਜ਼ਿਆਦਾ ਕਰਨੀ ਚਾਹੁੰਦੇ ਹੋ, ਰੀਅਲ ਡਿਮਾਂਡ ਫॉर ਮਨੀ ਆ ਕੀ ਆ ਜ਼ਿਆਦਾ ਕਰਨੀ ਚਾਹੁੰਦੇ ਹੋ। ਅਗਰ ਰੀਅਲ ਡਿਮਾਂਡ ਫॉर ਮਨੀ ਜ਼ਿਆਦਾ ਹੋਏਗੀ ਤਾਂ ਤੁਹਾਡੀ ਜਿਹੜੀ ਐਸੈਟਸ ਮਾਰਕੀਟ ਦੇ ਵਿੱਚ ਐਸੈਟਸ ਦੇ ਲਈ ਜਿਹੜੀ ਬੌਂਡ ਦੇ ਲਈ ਡਿਮਾਂਡ ਫॉर ਮਨੀ ਉਹ ਕੀ ਹੋਏਗੀ ਜ਼ਿਆਦਾ ਹੋਏਗੀ। ਤਾਂ ਇਫ ਦਾ ਮਨੀ ਮਾਰਕੀਟ ਇਜ਼ ਇਨ ਇਕੁਇਲਿਬ੍ਰੀਅਮ ਦਾ ਬੌਂਡ ਮਾਰਕੀਟ ਵਿਲ ਆਲਸੋ ਬੀ ਇਨ ਦਾ ਇਕੁਇਲਿਬ੍ਰੀਅਮ। ਜੇ ਮਨੀ ਮਾਰਕੀਟ ਕਹਿੰਦੇ ਇਕੁਇਲਿਬ੍ਰੀਅਮ ਦੇ ਵਿੱਚ ਆ ਤਾਂ ਜਿਹੜੀ ਬੌਂਡ ਮਾਰਕੀਟ ਹੈ ਉਹ ਵੀ ਆਪਣੇ ਆਪ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਏਗੀ ਬਿਕਾਜ਼ ਰੀਅਲ ਵੈਲਥ ਇਜ਼ ਡਿਸਟ੍ਰੀਬਿਊਟਡ ਇਨ ਟੂ ਮਾਰਕੀਟਸ ਓਨਲੀ। ਜਿਹੜੀ ਰੀਅਲ ਵੈਲਥ ਹੈ ਉਹ ਸਿਰਫ ਟੂ ਮਾਰਕੀਟਸ ਦੇ ਵਿੱਚ ਡਿਵਾਈਡ ਹੁੰਦੀ ਹੈ। ਦ ਰੀਅਲ ਫਾਈਨੈਂਸ਼ੀਅਲ ਵੈਲਥ ਅਵੇਲੇਬਲ ਐਟ ਅ ਗਿਵਨ ਟਾਈਮ ਇਨ ਐਨ ਇਕੋਨਮੀ will be the sum of real money balances or available real bonds। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਰੀਅਲ ਫਾਈਨੈਂਸ਼ੀਅਲ ਵੈਲਥ ਹੈ ਉਹ ਕਿਸ ਚੀਜ਼ ਦੇ ਇਕੁਅਲ ਹੈ ਸਮ ਆਫ ਰੀਅਲ ਬੈਲੈਂਸਿਸ ਦੈਟ ਇਜ਼ ਦਾ ਐਲ ਪਲਸ ਜੋ ਮਨੀ ਆਪਾਂ ਨੇ ਹੋਲਡ ਜੋ ਬੌਂਡ ਹੋਲਡ ਕੀਤੇ ਹੋਏ ਨੇ ਪਲਸ BH, ठीक है, इज इक्वल टू नॉमिनल वेल्थ डिवाइड बाय प्राइस इज इक्वल टू रियल वेल्थ आ जाएगा। कहते नैक्सट देख लेने ਆਪਾਂ ਇੱਥੇ WN डिवाइड बाय P इज इक्वल टू M डिवाइड बाय P प्लस SV है। अगर आप M की गल करिए वेयर M इज द स्टॉक ऑफ नॉमिनल मनी बैलेंसिस, M कहते स्टॉक ऑफ नॉमिनल मनी बैलेंसिस ਨੂੰ डिस्क्राइब करता है। SV इज द रियल वैल्यू ऑफ द सप्लाई ऑफ बॉन्ड, ठीक है, सप्लाई ऑफ बॉन्ड दी रियल वैल्यू इज द SB एंड P इज द प्राइस लेवल। The M divided by P plus SB is equal to W by N nominal wealth divided by P। ਤਾਂ ਆਪਾਂ ਇਹਨਾਂ ਨੂੰ ਡਿਵਾਈਡ ਕਰਾਂਗੇ ਤਾਂ ਇਕੁਏਸ਼ਨਸ ਨੂੰ ਸੋਲਵ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ WN divided by P ਉੱਪਰ ਇੱਥੇ WN divided by P ਦੀ ਜਗ੍ਹਾ ਤੇ ਤੁਸੀਂ ਕੀ ਕਰਨਾ ਹੈ M divided by P plus SB ਭਰ ਦਿੱਤਾ ਆਪਾਂ ਨੇ ਰਾਈਟ ਸਾਈਡ ਤੇ। ਤਦ ਆਪਣਾ ਕੀ ਨਿਕਲਿਆ ਇਕੁਏਸ਼ਨ ਨੂੰ ਸੋਲਵ ਕਰਕੇ L minus M divided by P ब्रैकेट बंद प्लस BH जो बॉन्ड होल्डिंग्स ने माइनस SB अपना हो जाएगा जो सप्लाई ऑफ बॉन्ड्स है तो यह की होएगा इक्वल टू 0 होएगा। If the demand for real balances is L is equal to existing stock of the balances, we find L minus M divided by P is equal to 0। This leads to interacting observations BH should be equal to SB। If the real money demand is equal to real money supply, then the demand for real bonds should be equal to supply of real bonds। ਕਹਿੰਦੇ ਅਗਰ ਰੀਅਲ ਡਿਮਾਂਡ ਫॉर ਮਨੀ ਕਿਹਦੇ ਇਕੁਅਲ ਹੋਵੇ ਰੀਅਲ ਸਪਲਾਈ ਆਫ ਮਨੀ ਦੇ ਇਕੁਅਲ ਹੋਵੇ ਤਦ ਕਹਿੰਦੇ ਜਿਹੜੀ ਆਪਣੀ ਬੌਂਡਸ ਦੇ ਲਈ ਮਨੀ ਦੀ ਡਿਮਾਂਡ ਹੈ ਉਹ ਵੀ ਕਿਹਦੇ ਇਕੁਅਲ ਹੁੰਦੀ ਆ ਬੌਂਡਸ ਦੇ ਲਈ ਮਨੀ ਦੀ ਸਪਲਾਈ ਦੇ ਇਕੁਅਲ ਹੁੰਦੀ ਆ। ਤਾਂ ਇਹ ਸਿਚੁਏਸ਼ਨ ਆ ਮਨੀ ਮਾਰਕੀਟ ਦੀ ਇਜ਼ ਨਾਟ ਇਨ ਇਕੁਇਲਿਬ੍ਰੀਅਮ, ਇਟਸ ਇੰਪਲੀਕੇਸ਼ਨ ਆਫ ਐਸੈਟਸ ਮਾਰਕੀਟ। ਕਹਿੰਦੇ ਐਕਸੈਸ ਡਿਮਾਂਡ ਵੀ ਹੋ ਸਕਦੀ ਆ ਮਨੀ ਮਾਰਕੀਟ ਦੇ ਵਿੱਚ ਕਿਸ ਚੀਜ਼ ਦੇ ਲਈ ਜਦੋਂ ਕਹਿੰਦੇ ਆਪਣੀ ਸਪਲਾਈ ਇਨ ਦਾ ਬੌਂਡ ਮਾਰਕੀਟ ਦੇ ਵਿੱਚ, ਬੌਂਡ ਮਾਰਕੀਟ ਦੇ ਵਿੱਚ ਵੀ ਤਾਂ ਰੀਅਲ ਮਾਰਕੀਟ ਦੇ ਵਿੱਚ ਵੀ ਜਿੱਥੇ ਕਹਿੰਦੇ ਰੀਅਲ ਡਿਮਾਂਡ ਐਂਡ ਸਪਲਾਈ ਆਫ ਮਨੀ ਹੁੰਦੀ ਆ। and the next is demand for and supply of money। ਤਾਂ ਕਦੇ ਇੰਡੀਵਿਜੂਅਲਸ ਦੇ ਥਰੂ ਜਿਹੜੀ ਆਪਣੀ ਮਨੀ ਹੈ ਕਿਉਂਕਿ ਮੋਨਿਟਰੀ ਸੈਕਟਰ ਦੇ ਵਿੱਚ ਜਿਹੜੀ ਮੋਨਿਟਰੀ ਪਾਲਿਸੀ ਹੈ ਆਪਣੀ ਉਹਦੇ ਥਰੂ ਕੀ ਹੁੰਦੀ ਆ ਮਨੀ ਦੀ ਸਪਲਾਈ ਹੁੰਦੀ ਹੈ, ਠੀਕ ਹੈ, ਕ੍ਰੈਡਿਟ ਕ੍ਰੀਏਸ਼ਨਸ ਦੇ ਥਰੂ। ਜਿਵੇਂ ਕਿ ਤੁਸੀਂ ਜਾਣਦੇ ਹੋ RBI ਹੋ ਗਿਆ
ਕਮਰਸ਼ੀਅਲ ਬੈਂਕਸ ਹੋ ਗਏ ਤਾਂ ਕਹਿੰਦੇ ਉਹ ਕੀ ਕਰਦੇ ਨੇ ਮਨੀ ਦੀ ਸਪਲਾਈ ਕਰਦੇ ਨੇ ਠੀਕ ਹੈ ਉਹ ਕਿਹਦੇ ਥਰੂ ਕਰਦੇ ਨੇ ਜੋ ਆਪਣੇ ਪ੍ਰਾਇਮਰੀ ਡਿਪੋਜ਼ਿਟਸ ਹੁੰਦੇ ਨੇ ਡਿਮਾਂਡ ਡਿਪੋਜ਼ਿਟਸ ਹੁੰਦੇ ਨੇ ਉਹਨਾਂ ਦੇ ਥਰੂ ਕਰਦੇ ਨੇ ਫਿਰ ਸੈਕੰਡਰੀ ਡਿਪੋਜ਼ਿਟਸ ਨੇ ਜਿਹੜੇ ਉਹ ਕ੍ਰੀਏਟ ਕਰਦੇ ਨੇ ਕ੍ਰੈਡਿਟ ਕ੍ਰੀਏਸ਼ਨ ਕਰਦੇ ਨੇ ਕ੍ਰੈਡਿਟ ਕ੍ਰੀਏਸ਼ਨਸ ਕੀ ਕਹਿੰਦੇ ਆਰਬੀਆਈ ਦੇ ਥਰੂ ਡਿਫਰੈਂਟ ਜਿਹੜੇ ਫੈਕਟਰਸ ਤੇ ਡਿਪੈਂਡ ਕਰਦੇ ਹੈ ਜਿਵੇਂ ਕਿ ਐਸਐਲਆਰ ਸਟੈਟੂਟਰੀ ਲਿਕੁਇਡਿਟੀ ਰੇਸ਼ੋ ਹੋ ਗਈ ਆਪਣੀ ਕੈਸ਼ ਰਿਜ਼ਰਵ ਰੇਸ਼ੋ ਹੋ ਗਈ ਆਪਣੀ ਬੈਂਕ ਰੇਟ ਹੋ ਗਿਆ ਰੈਪੋ ਰੇਟ ਹੋ ਗਿਆ ਐਸ ਠੀਕ ਹੈ ਇਹਨਾਂ ਚੀਜ਼ਾਂ ਤੇ ਜਿਹੜੀ ਆਪਣੀ ਸੀਆਰਆਰ ਹੋ ਗਈ ਇਸ ਚੀਜ਼ ਤੇ ਡਿਪੈਂਡ ਕਰਦੀ ਹੈ ਤਾਂ ਉਹਨਾਂ ਦੇ ਥਰੂ ਮਨੀ ਦੀ ਸਪਲਾਈ ਕੀਤੀ ਜਾਂਦੀ ਆ ਕਹਿੰਦੇ ਇੰਡੀਵਿਜੂਅਲਸ ਰਿਕੁਆਇਰ ਮਨੀ ਟੂ ਮੇਕ ਟ੍ਰਾਂਜੈਕਸ਼ਨਸ ਕਹਿੰਦੇ ਜਿਵੇਂ ਕਿ ਆਪਾਂ ਨੇ ਕੇਨਸ ਦਾ ਪੜਿਆ ਸੀਗਾ ਕਿ ਡਿਮਾਂਡ ਫॉर ਮਨੀ ਕਿਉਂ ਹੁੰਦੀ ਹੈ ਕਿਉਂਕਿ ਡਿਮਾਂਡ ਸਾਡੀਆਂ ਜਿਹੜੀਆਂ ਡੇਲੀ ਨੀਡਸ ਨੇ ਉਹਨਾਂ ਨੂੰ ਪੂਰਾ ਕਰਦੀ ਆ ਆਪਣੇ ਕੇਨਜ਼ੀਅਨ ਥਿਊਰੀ ਪੜਿਆ ਸੀਗਾ ਕੇਨਜ਼ੀਅਨ ਥਿਊਰੀ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੀ ਡਿਮਾਂਡ ਫॉर ਮਨੀ ਹੈ ਉਹਦੇ 3 ਮੇਨ ਰੀਜ਼ਨਸ ਨੇ ਠੀਕ ਹੈ ਤਾਂ 3 ਮੇਨ ਰੀਜ਼ਨਸ ਕੀ ਹੁੰਦੇ ਨੇ ਡਿਮਾਂਡ ਫॉर ਮਨੀ ਦੇ ਜਿਵੇਂ ਕਿ ਫਰਸਟ ਉਹਨਾਂ ਨੇ ਬੋਲਿਆ ਸੀਗਾ ਸਪੈਕੂਲੇਟਿਵ ਡਿਮਾਂਡ ਫॉर ਫਰਸਟ ਟ੍ਰਾਂਜੈਕਸ਼ਨ ਡਿਮਾਂਡ ਫॉर ਮਨੀ ਕਹਿੰਦੇ ਮਨੀ ਦੀ ਡਿਮਾਂਡ ਲੋਕ ਤਾਂ ਕਰਦੇ ਨੇ ਫॉर ਦਾ ਟ੍ਰਾਂਜੈਕਸ਼ਨ ਮੋਟਿਵ ਕਿਉਂਕਿ ਪੀਪਲਸ ਨੇ ਕੀ ਕਰਨਾ ਹੁੰਦਾ ਹੈ ਆਪਣੀਆਂ ਡੇ ਬਾਈ ਡੇ ਨੀਡਸ ਨੇ ਉਹ ਪੂਰੀਆਂ ਕਰਨੀਆਂ ਹੁੰਦੀਆਂ ਨੇ ਚਾਹੇ ਉਹ ਹਾਊਸ ਹੋਲਡ ਸੈਕਟਰ ਹੈ ਚਾਹੇ ਉਹ ਪ੍ਰੋਡਿਊਸਰ ਸੈਕਟਰ ਆ ਤਾਂ ਕਹਿੰਦੇ ਕਿਉਂਕਿ ਜਿਹੜੀ ਆਪਣੀ ਮਨੀ ਹੈ ਉਹ ਇੱਕੋਦਮ ਆਪਾਂ ਨੂੰ ਇਨਕਮ ਨਹੀਂ ਮਿਲਦੀ ਇਨਕਮ ਆਪਾਂ ਨੂੰ ਪੀਰੀਓਡਿਕਲੀ ਮਿਲਦੀ ਹੈ ਜਾਂ ਫਿਰ ਵੀਕਲੀ ਮਿਲਦੀ ਆ ਲੇਕਿਨ ਜਿਹੜੇ ਆਪਣੇ ਖਰਚੇ ਹੁੰਦੇ ਨੇ ਉਹ ਡੇ ਟੂ ਡੇ ਹੁੰਦੇ ਨੇ ਤਦ ਆਪਾਂ ਕਹਿੰਦੇ ਮਨੀ ਨੂੰ ਆਪਣੇ ਕੋਲ ਕੈਸ਼ ਦੀ ਫਾਰਮ ਦੇ ਵਿੱਚ ਰੱਖਣਾ ਪਸੰਦ ਕਰਦੇ ਨੇ ਫॉर ਦਾ ਟ੍ਰਾਂਜੈਕਸ਼ਨ ਮੋਟਿਵ ਤਾਂ ਜੋ ਆਪਾਂ ਗੁੱਡਸ ਤੇ ਸਰਵਿਸਿਜ਼ ਨੂੰ ਐਕਸਚੇਂਜ ਕਰ ਸਕੇ ਮਨੀ ਦੇ ਨਾਲ ਤਦ ਕਹਿੰਦੇ ਫਰਸਟ ਕਹਿੰਦੇ ਕੇਨਸ ਦੇ ਅਕੋਰਡਿੰਗ ਜਿਹੜੀ ਮਨੀ ਦੀ ਡਿਮਾਂਡ ਹੁੰਦੀ ਹੈ ਉਹ ਟ੍ਰਾਂਜੈਕਸ਼ਨਸ ਮੋਟਿਵ ਦੇ ਲਈ ਹੁੰਦੀ ਆ ਕਹਿੰਦੇ ਜੋ ਇਨਕਮ ਤੇ ਡਿਪੈਂਡ ਕਰਦੀ ਹੈ ਇਨਕਮ ਵਧਣ ਦੇ ਨਾਲ ਮਨੀ ਦੀ ਡਿਮਾਂਡ ਵੱਧਦੀ ਹੈ ਇਨਕਮ ਘਟਣ ਦੇ ਨਾਲ ਮਨੀ ਦੀ ਡਿਮਾਂਡ ਘਟਦੀ ਆ ਐਂਡ ਉਸ ਤੋਂ ਬਾਅਦ ਜਿਹੜਾ ਰੇਟ ਆਫ ਇੰਟਰਸਟ ਹੈ ਰੇਟ ਆਫ ਇੰਟਰਸਟ ਤੇ ਟ੍ਰਾਂਜੈਕਸ਼ਨ ਮੋਟਿਵ ਦੇ ਲਈ ਡਿਮਾਂਡ ਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਰੇਟ ਆਫ ਇੰਟਰਸਟ ਚਾਹੇ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ ਆਪਣੀ ਟ੍ਰਾਂਜੈਕਸ਼ਨ ਡਿਮਾਂਡ ਫॉर ਮਨੀ ਸੇਮ ਹੀ ਰਹੇਗੀ ਕਿਉਂਕਿ ਬੇਸਿਕ ਨੀਡਸ ਦੇ ਲਈ ਸਾਨੂੰ ਪੈਸਾ ਚਾਹੀਦਾ ਹੀ ਚਾਹੀਦਾ ਚਾਹੇ ਸਾਡੀ ਇਨਕਮ ਜ਼ੀਰੋ ਹੀ ਕਿਉਂ ਨਾ ਹੋਵੇ ਰੇਟ ਆਫ ਇੰਟਰਸਟ ਵੱਧ ਹੀ ਕਿਉਂ ਨਾ ਹੋਵੇ ਐਂਡ ਸੈਕੰਡ ਕੇਨਸ ਨੇ ਬੋਲਿਆ ਸੀ ਕਿ ਡਿਮਾਂਡ ਫॉर ਮਨੀ ਕੀ ਹੁੰਦੀ ਹੈ ਦੈਟ ਇਜ਼ ਆ ਸਪੈਕੂਲੇਟਿਵ ਮੋਟਿਵਸ ਠੀਕ ਹੈ ਸਪੈਕੂਲੇਟਿਵ ਮੋਟਿਵਸ ਮੀਨਸ ਲਿਕੁਇਡਿਟੀ ਫਾਰਮ ਦੇ ਵਿੱਚ ਲੋਕ ਆਪਣੇ ਕੋਲ ਪੈਸਾ ਲਿਕੁਇਡਿਟੀ ਫਾਰਮ ਦੇ ਵਿੱਚ ਰੱਖਣਾ ਪਸੰਦ ਕਰਦੇ ਨੇ ਮਤਲਬ ਜਿਹੜੇ ਆਪਣੇ ਲਿਕੁਇਡਿਟੀ ਐਸੈਟਸ ਨੇ ਲਾਈਕ ਸ਼ੇਅਰਸ ਹੋ ਗਿਆ ਬੌਂਡਸ ਹੋ ਗਿਆ ਡਿਵੈਂਚਰਸ ਹੋ ਗਿਆ ਸਿਕਿਉਰਿਟੀਜ਼ ਹੋ ਗਿਆ ਉਹਨਾਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਮਿਲਦਾ ਰੇਟ ਆਫ ਇੰਟਰਸਟ ਮਿਲਦਾ ਹੈ ਮੀਨਸ ਕੁਛ ਨਾ ਕੁਛ ਐਕਸਟਰਾ ਮਿਲਦਾ ਹੈ ਤੇ ਕਹਿੰਦੇ ਇਹਦੇ ਵਿੱਚ ਕਹਿੰਦੇ ਜਦੋਂ ਰੇਟ ਆਫ ਇੰਟਰਸਟ ਘੱਟ ਹੁੰਦਾ ਹੈ ਤਦ ਕਹਿੰਦੇ ਜਿਹੜੇ ਐਸੈਟਸ ਨੇ ਉਹਨਾਂ ਦੇ ਵਿੱਚ ਐਸੈਟਸ ਦੇ ਲਈ ਜਿਹੜੀ ਹੈ ਆਪਣੀ ਸਪੈਕੂਲੇਟਿਵ ਡਿਮਾਂਡ ਫॉर ਮਨੀ ਹੈ ਜ਼ਿਆਦਾ ਹੋਏਗੀ ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਸਪੈਕੂਲੇਟਿਵ ਡਿਮਾਂਡ ਫॉर ਮਨੀ ਕੀ ਆ ਘੱਟ ਹੋਏਗੀ ਕਿਉਂਕਿ ਲੋਕ ਐਸੈਟਸ ਦੀ ਬਜਾਏ ਬੈਂਕਸ ਦੇ ਵਿੱਚ ਪੈਸਾ ਸੇਵ ਕਰਨਾ ਜ਼ਿਆਦਾ ਪ੍ਰੈਫਰ ਕਰਨਗੇ ਕਹਿੰਦੇ ਸਪੈਕੂਲੇਟਿਵ ਡਿਮਾਂਡ ਫॉर ਮਨੀ ਤੇ ਰੇਟ ਆਫ ਇੰਟਰਸਟ ਦਾ ਕੀ ਹੁੰਦਾ ਹੈ ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ ਅਗਰ ਰੇਟ ਆਫ ਇੰਟਰਸਟ ਜ਼ਿਆਦਾ ਤਾਂ ਸਪੈਕੂਲੇਟਿਵ ਡਿਮਾਂਡ ਫॉर ਮਨੀ ਘੱਟ ਅਗਰ ਰੇਟ ਆਫ ਇੰਟਰਸਟ ਘੱਟ ਤਾਂ ਸਪੈਕੂਲੇਟਿਵ ਡਿਮਾਂਡ ਫॉर ਮਨੀ ਕੀ ਹੋਏਗੀ ਜ਼ਿਆਦਾ ਹੋਏਗੀ ਤੇ ਇਨਕਮ ਦਾ ਇਸ ਤੇ ਇਫੈਕਟ ਕਹਿੰਦੇ ਪੋਜ਼ਿਟਿਵ ਹੁੰਦਾ ਹੈ ਇਨਕਮ ਜ਼ਿਆਦਾ ਸਪੈਕੂਲੇਟਿਵ ਡਿਮਾਂਡ ਫॉर ਮਨੀ ਜ਼ਿਆਦਾ ਇਨਕਮ ਘੱਟ ਸਪੈਕੂਲੇਟਿਵ ਡਿਮਾਂਡ ਫॉर ਮਨੀ ਘੱਟ ਤੇ ਐਂਡ ਉਸ ਤੋਂ ਬਾਅਦ ਹੈ ਆਪਣਾ ਥਰਡ ਮੋਟਿਵਸ ਕੇਨਸ ਅਕੋਰਡਿੰਗ ਦੈਟ ਇਜ਼ ਦ ਪ੍ਰੀਕਿਊਸ਼ਨਰੀ ਮੋਟਿਵਸ ਕੇਨਸ ਬੋਲਦੇ ਨੇ ਕਿ ਜਿਹੜੇ ਆਪਣੇ ਪੀਪਲਸ ਨੇ ਇਹ ਮਨੀ ਦੀ ਡਿਮਾਂਡ ਕਿਉਂ ਕਰਦੇ ਨੇ ਫॉर ਦਾ ਪ੍ਰੀਕਿਊਸ਼ਨਰੀ ਮੋਟਿਵਸ ਕਿਉਂਕਿ ਉਹ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਨੇ ਕਹਿੰਦੇ ਇਨ ਫਿਊਚਰਸ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਕੋਈ ਡਿਸੀਜ਼ ਲੱਗ ਜਾਵੇ ਸਿਕਨੈਸ ਆ ਜਾਵੇ ਠੀਕ ਹੈ ਕੋਈ ਪ੍ਰੋਬਲਮ ਆ ਜਾਵੇ ਐਮਰਜੈਂਸੀ ਦੇ ਵਿੱਚ ਸਾਨੂੰ ਪੈਸੇ ਦੀ ਲੋੜ ਪਵੇ ਤਾਂ ਜੇ ਸਾਡੇ ਕੋਲ ਪੈਸਾ ਜਿਹੜਾ ਸੇਫ ਪਿਆ ਸੀ ਉਹਨੂੰ ਈਜ਼ੀਲੀ ਯੂਜ਼ ਕਰ ਸਕੀਏ ਤਾਂ ਕਹਿੰਦੇ ਜਿਹੜਾ ਪ੍ਰੀਕਿਊਸ਼ਨਰੀ ਮੋਟਿਵ ਹੈ ਉਸ ਦੇ ਲਈ ਉਹ ਪੈਸੇ ਦੀ ਡਿਮਾਂਡ ਕਰਦੇ ਨੇ ਤੇ ਪ੍ਰੀਕਿਊਸ਼ਨਰੀ ਜਿਹੜੀ ਹੈ ਮੋਟਿਵ ਦੇ ਲਈ ਡਿਮਾਂਡ ਫॉर ਮਨੀ ਤੇ ਜਿਹੜੀ ਇਨਕਮ ਹੈ ਉਹਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਇਨਕਮ ਜ਼ਿਆਦਾ ਪ੍ਰੀਕਿਊਸ਼ਨਰੀ ਮੋਟਿਵ ਦੇ ਲਈ ਆਪਾਂ ਡਿਮਾਂਡ ਫॉर ਮਨੀ ਜ਼ਿਆਦਾ ਕਰਾਂਗੇ ਇਨਕਮ ਘੱਟ ਪ੍ਰੀਕਿਊਸ਼ਨਰੀ ਡਿਮਾਂਡ ਫॉर ਮਨੀ ਘੱਟ ਕਰਾਂਗੇ ਜਿਹੜਾ ਰੇਟ ਆਫ ਇੰਟਰਸਟ ਹੈ ਉਹਦਾ ਇਹਦੇ ਨਾਲ ਕੀ ਆ ਇਸ ਤੇ ਕੋਈ ਡਿਪੈਂਡ ਇਫੈਕਟ ਨਹੀਂ ਪੈਂਦਾ ਪ੍ਰੀਕਿਊਸ਼ਨਰੀ ਡਿਮਾਂਡ ਫॉर ਮਨੀ ਤੇ ਚਾਹੇ ਰੇਟ ਆਫ ਇੰਟਰਸਟ ਘੱਟ ਹੋਵੇ ਚਾਹੇ ਵੱਧ ਹੋਵੇ ਪ੍ਰੀਕਿਊਸ਼ਨਰੀ ਮੋਟਿਵ ਦੇ ਲਈ ਜਿਹੜੀ ਡਿਮਾਂਡ ਫॉर ਮਨੀ ਉਹ ਸਾਡੀ ਕਾਂਸਟੈਂਟ ਹੀ ਰਹੇਗੀ ਤਾਂ ਇਹ ਤਾਂ ਸੀਗੀ ਸਾਡੀ ਡਿਮਾਂਡ ਫॉर ਮਨੀ ਠੀਕ ਹੈ ਐਂਡ ਸਪਲਾਈ ਆਫ ਮਨੀ ਤੁਹਾਨੂੰ ਪਤਾ ਹੈ ਜੋ ਬੈਂਕਸ ਦੇ ਥਰੂ ਹੁੰਦੀ ਹੈ ਜੋ ਰੇਟ ਆਫ ਇੰਟਰਸਟ ਤੇ ਡਿਪੈਂਡ ਕਰਦੀ ਆ ਜਿਹੜੀ ਹੈ ਮੋਨਿਟਰੀ ਪਾਲਿਸੀ ਦੇ ਥਰੂ ਜਿਹੜੀ ਹੈ ਆਪਣੀ ਚੀਪ ਮਨੀ ਪਾਲਿਸੀ ਐਂਡ ਐਕਸਪੈਂਸਿਵ ਮਨੀ ਪਾਲਿਸੀ ਜੋ ਇਕਨੋਮੀ ਦੀਆਂ ਸਿਚੁਏਸ਼ਨਸ ਨੂੰ ਦੇਖਦੇ ਹੋਏ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਡਿਮਾਂਡ ਫॉर ਮਨੀ ਤੁਸੀਂ ਦੇਖ ਲਓ ਕਿ ਡਿਮਾਂਡ ਫॉर ਮਨੀ ਹੈ ਜਿੰਨੇ ਵੀ ਪੀਪਲਸ ਨੇ ਜਦੋਂ ਉਹ ਮਨੀ ਦੀ ਡਿਮਾਂਡ ਕਰਦੇ ਨੇ ਤਾਂ ਜਿਹੜੀ ਡਿਮਾਂਡ ਫॉर ਮਨੀ ਹੈ
ਉਹ ਕਿਸ ਚੀਜ਼ ਤੇ ਡਿਪੈਂਡ ਕਰੇਗੀ, ਰੇਟ ਆਫ ਇੰਟਰਸਟ ਤੇ ਡਿਪੈਂਡ ਕਰੇਗੀ। ਨਾਰਮਲੀ ਤੁਸੀਂ ਦੇਖਦੇ ਹੋ ਕਿ ਸਾਰੇ ਪਰਸਨਸ ਨੇ ਜਿਹੜੇ ਆਪਣੀ ਨਾਰਮਲ ਲਾਈਫ ਦੇ ਵਿੱਚ ਵੀ ਲੋਨ ਲੈਂਦੇ ਨੇ ਬੈਂਕਸ ਤੋਂ, ਤਾਂ ਉਹ ਕੀ ਦੇਖ ਕੇ ਲੈਂਦੇ ਨੇ ਕਿ ਰੇਟ ਆਫ ਇੰਟਰਸਟ ਕਿੰਨਾ ਹੈ, ਕਿ ਸਾਨੂੰ ਐਕਸਟਰਾ ਮਨੀ ਹੈ ਜਿਹੜੀ ਉਹ ਕਿੰਨੀ ਪੇ ਕਰਨੀ ਪਏਗੀ, ਅਸੀਂ ਪੇ ਕਰ ਵੀ ਦੇਵਾਂਗੇ ਜਾਂ ਸਾਤੋਂ ਨਹੀਂ ਕਰ ਪਾ ਹੋਏਗੀ। ਤਾਂ ਰੇਟ ਆਫ ਇੰਟਰਸਟ ਤੇ ਕਹਿੰਦੇ ਜਿਹੜੀ ਆਪਣੀ ਕੁਆਂਟੀਟੀ ਆਫ ਮਨੀ ਹੈ, ਜਿਹੜੀ ਡਿਮਾਂਡ ਫॉर ਮਨੀ ਹੈ, ਉਹ ਡਿਪੈਂਡ ਕਰਦੀ ਹੈ। ਤਾਂ ਇਹਨਾਂ ਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ। ਅਗਰ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਡਿਮਾਂਡ ਫॉर ਮਨੀ ਘੱਟ ਹੋਏਗੀ, ਅਗਰ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਡਿਮਾਂਡ ਫॉर ਮਨੀ ਕੀ ਹੋਏਗੀ, ਜ਼ਿਆਦਾ ਹੋਏਗੀ। ਠੀਕ ਹੈ, ਤਾਂ ਇੱਥੇ ਰੀਅਲ ਮਨੀ ਡਿਮਾਂਡ ਦੀ ਗੱਲ ਕੀਤੀ ਗਈ ਹੈ। ਰੀਅਲ ਮਨੀ ਡਿਮਾਂਡ ਮੀਨਸ ਅਸੀਂ ਕਿੰਨੀ ਜਿਹੜੀ ਡਿਮਾਂਡ ਕਰ ਰਹੇ ਮਨੀ ਦੀ, ਉਹਦੇ ਥਰੂ ਸਾਡੀ ਪਰਚੇਜ਼ਿੰਗ ਪਾਵਰ ਕਿੰਨੀ ਹੋਏਗੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਟਰਸਟ ਰੇਟ ਕੀ ਆ, ਕਿੱਥੇ ਇੰਟਰਸਟ ਰੇਟ ਮੋਨਿਟਰੀ ਮਾਰਕੀਟ ਦੇ ਵਿੱਚ ਫਿਕਸ ਕੀਤਾ ਜਾਂਦਾ ਹੈ, ਜਿੱਥੇ ਕਹਿੰਦੇ ਮਨੀ ਦੀ ਸਪਲਾਈ ਤੇ ਡਿਮਾਂਡ ਇਕੁਅਲ ਹੋਵੇ। ਠੀਕ ਹੈ, ਡਿਮਾਂਡ ਫॉर ਮਨੀ ਐਂਡ ਸਪਲਾਈ ਆਫ ਮਨੀ ਇਕੁਅਲ ਹੋਵੇ, ਉੱਥੇ ਜਿਹੜਾ ਇੰਟਰਸਟ ਰੇਟ ਆ ਉਹ ਕੀ ਹੁੰਦਾ ਹੈ, ਫਿਕਸ ਹੁੰਦਾ ਹੈ। ਤੇ ਇੰਟਰਸਟ ਰੇਟ ਤੇ ਡਿਮਾਂਡ ਫॉर ਮਨੀ ਦਾ ਕੀ ਹੈ, ਨੈਗੇਟਿਵ ਰਿਲੇਸ਼ਨ ਹੈ, ਤੇ ਇੰਟਰਸਟ ਰੇਟ ਤੇ ਸਪਲਾਈ ਆਫ ਮਨੀ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਉਹ ਐਕਸ ਅਕਸ਼ ਤੇ ਕੁਆਂਟੀਟੀ ਆਫ ਮਨੀ ਮੀਨਸ ਡਿਮਾਂਡ ਫॉर ਮਨੀ ਦਿਖਾਈ ਹੋਈ ਹੈ, ਐਂਡ ਉਹ ਵਾਈ ਐਕਸਿਸ ਤੇ ਇੰਟਰਸਟ ਰੇਟ ਦਿਖਾਇਆ ਹੋਇਆ ਹੈ। ਤਾਂ ਇੰਡੀਵਿਜੂਅਲ ਡਿਮਾਂਡ ਫॉर ਮਨੀ ਤੁਸੀਂ ਦੇਖ ਸਕਦੇ ਹੋ ਮੀਨਸ ਮੋਰ ਲਿਕੁਇਡਿਟੀ ਐਂਡ ਐਟ ਹਾਈ ਰੇਟ ਆਫ ਇੰਟਰਸਟ। the individual demand money bonds means less money or less equity। अगर rate of interest ज़्यादा है ਤਾਂ ਜਿਹੜੀ ਆਪਣੀ ਹੈ ਇੰਡੀਵਿਜੂਅਲ ਡਿਮਾਂਡ ਮੋਰ ਮਨੀ, ਜਦੋਂ ਰੇਟ ਆਫ ਇੰਟਰਸਟ ਘੱਟ ਹੈ, ਜਦੋਂ ਰੇਟ ਆਫ ਇੰਟਰਸਟ ਘੱਟ ਹੈ ਤਾਂ ਜਿਹੜੇ ਇੰਡੀਵਿਜੂਅਲਸ ਨੇ ਉਹ ਮਨੀ ਦੀ ਡਿਮਾਂਡ ਜ਼ਿਆਦਾ ਕਰਨਗੇ। ਲੇਕਿਨ ਜਦੋਂ ਹਾਈ ਰੇਟ ਆਫ ਇੰਟਰਸਟ ਹੈ, ਜਿਹੜੇ ਇੰਡੀਵਿਜੂਅਲਸ ਨੇ ਉਹ ਐਸਿਡਸ ਤੇ ਸ਼ੇਅਰਸ ਤੇ ਬੌਂਡਸ ਮੀਨਸ ਲਿਕੁਇਡਿਟੀ ਲੈਸ ਲਿਕੁਇਡਿਟੀ ਦੇ ਲਈ ਜਿਹੜੀ ਲਿਕੁਇਡਿਟੀ ਫਾਰਮ ਦੇ ਵਿੱਚ ਪੈਸਾ ਇਨਵੈਸਟ ਕਰਨ ਦੇ ਲਈ ਮਨੀ ਦੀ ਡਿਮਾਂਡ ਘੱਟ ਕਰਨਗੇ ਅਗਰ ਜ਼ਿਆਦਾ ਰੇਟ ਆਫ ਇੰਟਰਸਟ ਹੈ, ਕਿਉਂਕਿ ਉਹ ਐਸਿਡਸ ਦੀ ਬਜਾਏ ਕਿੱਥੇ ਆਪਣੀ ਜਿਹੜਾ ਹੈ ਪੈਸਾ ਇਨਵੈਸਟ ਕਰਨਾ ਚਾਹਣਗੇ, ਉਹ ਆਪਣਾ ਹੈ ਜੋ ਬੈਂਕਸ ਦੇ ਵਿੱਚ ਇਨਵੈਸਟ ਕਰਨਾ ਚਾਹਣਗੇ। ਲੇਕਿਨ ਅਗਰ ਰੇਟ ਆਫ ਇੰਟਰਸਟ ਘੱਟ ਹੈ ਤਾਂ ਜਿਹੜੀ ਡਿਮਾਂਡ ਇੰਡੀਵਿਜੂਅਲ ਡਿਮਾਂਡ ਫॉर ਮਨੀ ਹੈ ਉਹ ਵੀ ਇਨਕਰੀਜ਼ ਹੋਏਗੀ, ਤੇ ਜਿਹੜੀ ਐਸੈਟਸ ਦੇ ਲਈ ਡਿਮਾਂਡ ਫॉर ਮਨੀ ਉਹ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਡਿਮਾਂਡ ਫॉर ਮਨੀ ਜੋ ਐਲ ਦੇ ਥਰੂ ਦਿਖਾਈ ਹੋਈ, ਲਿਕੁਇਡਿਟੀ ਐਸਿਡਸ ਦੇ ਲਈ ਡਿਮਾਂਡ ਫॉर ਮਨੀ ਦਿਖਾਈ ਹੋਈ ਹੈ ਕਿ ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਲਿਕੁਇਡਿਟੀ ਐਸਿਡਸ ਦੇ ਲਈ ਡਿਮਾਂਡ ਫॉर ਮਨੀ ਘੱਟ ਹੋਏਗੀ, ਜਿਵੇਂ ਜਿਵੇਂ ਰੇਟ ਆਫ ਇੰਟਰਸਟ ਘਟਦਾ ਜਾਏਗਾ ਤਾਂ ਡਿਮਾਂਡ ਫॉर ਮਨੀ ਕੀ ਹੁੰਦੀ ਜਾਏਗੀ, ਇਨਕਰੀਜ਼ ਹੁੰਦੀ ਜਾਏਗੀ। ਅਤੇ ਐਲ ਕਰਵ ਸਾਡੀ ਡਿਮਾਂਡ ਫॉर ਮਨੀ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਜੋ ਲੈਫਟ ਰਾਈਟ ਕੀ ਹੈ, ਡਾਊਨਵਰਡ ਹੈ, ਜੋ ਇਨਵਰਸ ਰਿਲੇਸ਼ਨਸ਼ਿਪ ਦੱਸ ਰਹੀ ਹੈ ਬਿਟਵੀਨ ਦਾ ਇੰਟਰਸਟ ਰੇਟ ਐਂਡ ਡਿਮਾਂਡ ਫॉर ਮਨੀ। ਠੀਕ ਹੈ, ਜੇ ਰੇਟ ਆਫ ਇੰਟਰਸਟ ਜ਼ਿਆਦਾ ਤਾਂ ਡਿਮਾਂਡ ਫॉर ਮਨੀ ਘੱਟ, ਜੇ ਰੇਟ ਆਫ ਇੰਟਰਸਟ ਘੱਟ ਤਾਂ ਡਿਮਾਂਡ ਫॉर ਮਨੀ ਕੀ ਹੋਏਗੀ, ਜ਼ਿਆਦਾ ਹੋਏਗੀ। ਕਹਿੰਦੇ ਉਸ ਤੋਂ ਬਾਅਦ ਇਹ ਤਾਂ ਸੀਗੀ ਆਪਣੀ ਡਿਮਾਂਡ ਫॉर ਮਨੀ ਜੋ ਇੰਡੀਵਿਜੂਅਲ ਤੇ ਡਿਪੈਂਡ ਕਰਦੀ ਹੈ ਥਰੂ ਦਾ ਰੇਟ ਆਫ ਇੰਟਰਸਟ, ਐਂਡ ਦ ਨੈਕਸਟ ਇਜ਼ ਦਾ ਸਪਲਾਈ ਆਫ ਮਨੀ। ਠੀਕ ਹੈ, ਮਨੀ ਸਪਲਾਈ ਕਹਿੰਦੇ ਮਨੀ ਸਪਲਾਈ ਇਜ਼ ਐਨ ਇਕੋਨਮਿਕ ਕਾਂਸਟੈਂਟ ਰਿਪਰੈਜ਼ੈਂਟ ਐਜ਼ ਅ ਵਰਟੀਕਲ ਲਾਈਨ। मान लो कि मनी सप्लाई किया जो अपने मॉनेटरी सेक्टर से थ्रू किया कांस्टेंट है, ना तो इंक्रीज हो रही है ना डिक्रीज हो रही है। कहते एंड implications of the vertical money supply curve is that is independent of interest rate। जे कहते अपनी जड़ी सप्लाई कर्व है वर्टिकल लाइन है, ठीक है, मनी दी, तो इट्स मीन्स रेट ऑफ इंटरस्ट का इससे कोई भी इफेक्ट नहीं पै रहा, चाहे रेट ऑफ इंटरस्ट इंक्रीज होवे चाहे डिक्रीज होवे। लेकिन जड़ी मनी मार्केट दे विच सप्लाई ऑफ मनी की है वो की है कांस्टेंट है। ठीक है, तो इत्थे लिखा गया है कि जो प्राइस ऑफ मनी एंड सप्लाई ऑफ मनी कांस्टेंट है, ओनली रेट ऑफ इंटरस्ट चेंज हो रहा है, रेट ऑफ इंटरस्ट इंक्रीज भी हो रहा है डिक्रीज भी हो रहा है, लेकिन मनी की सप्लाई ਤੇ ਉਸਦਾ ਕੋਈ ਵੀ ਇਫੈਕਟ ਨਹੀਂ ਪੈ ਰਿਹਾ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਉਹ ਐਕਸ ਐਕਸਿਸ ਤੇ ਕੁਆਂਟੀਟੀ ਆਫ ਮਨੀ ਮੀਨਸ ਸਪਲਾਈ ਆਫ ਮਨੀ ਲਿੱਤੀ ਹੋਈ ਹੈ, ਉਹ ਵਾਈ ਤੇ ਰੇਟ ਆਫ ਇੰਟਰਸਟ ਲਿੱਤਾ ਹੋਇਆ ਹੈ, ਤੇ ਜਿਹੜੀ ਆਪਣੀ ਵਰਟੀਕਲ ਲਾਈਨ ਹੈ ਵਾਈ ਐਕਸਿਸ ਦੇ ਪੈਰਲਲ ਹੈ, ਇਹ ਆਪਣੀ ਮਨੀ ਦੀ ਸਪਲਾਈ ਕਰਵ ਹੈ। ਤਾਂ ਇੱਥੇ ਇੱਕ ਸਪਲਾਈ ਕੀ ਆ ਕਾਂਸਟੈਂਟ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਐਮ ਦੀ ਵਾਰਡ ਲਿਖਿਆ ਹੋਇਆ ਹੈ ਤੇ ਪੀ ਦੀ ਵਾਰਡ ਲਿਖਿਆ ਹੋਇਆ ਹੈ। एम दी वार सानू दिखा रही है कांस्टेंट सप्लाई ऑफ मनी एंड नीचे पी दी वार दिखा रही है सानू
कॉन्स्टेंट प्राइस कि प्राइस ते मनी दी सप्लाई दे विच कोई भी चेंज नहीं आ रहा। रेट ऑफ इंटरेस्ट चाहे इंक्रीज होवे चाहे डिक्रीज होवे, रेट ऑफ इंटरेस्ट का मनी दी सप्लाई ते कोई भी इफेक्ट नहीं पै रहा। ठीक है, ये तो सी अपनी सप्लाई ऑफ मनी जो कॉन्स्टेंट सप्लाई ऑफ मनी है। एंड डिमांड फॉर मनी सी अपनी लेफ्ट राइट डाउनवर्ड। ठीक है, जो नेगेटिव रिलेशनशिप दस रहे बिटवीन द रेट ऑफ इंटरेस्ट एंड डिमांड फॉर मनी, तो इतने रेट ऑफ इंटरेस्ट का सप्लाई ऑफ मनी ते कोई भी इफेक्ट नहीं पै रहा। एंड द नेक्स्ट इज अ मनी मार्केट इक्विलिब्रियम, जो मेन है अपना कि मनी मार्केट इक्विलिब्रियम दे विच कदों होएगी, मनी मार्केट दे विच इक्विलिब्रियम कदों होएगा। कहंदे व्हेन डिमांड इक्वल सप्लाई इन द मनी मार्केट, ਜਦੋਂ ਮਨੀ ਮਾਰਕੀਟ ਦੇ ਵਿੱਚ ਜਿਹੜੀ ਮਨੀ ਦੀ ਡਿਮਾਂਡ ਹੈ ਉਹ ਮਨੀ ਦੀ ਸਪਲਾਈ ਦੇ ਇਕੁਅਲ ਹੋਏਗੀ, ਤਦ ਕਹਿੰਦੇ ਮਨੀ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੋਏਗੀ। ਜਿਵੇਂ ਕਿ ਆਪਾਂ ਨੇ ਗੁੱਡਸ ਮਾਰਕੀਟ ਦੇ ਵਿੱਚ ਕਿਹਾ ਸੀ ਕਿ ਗੁੱਡਸ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਕਦੋਂ ਹੋਏਗਾ, ਜਦੋਂ ਗੁੱਡਸ ਦੀ ਡਿਮਾਂਡ ਇਕੁਅਲ ਟੂ ਗੁੱਡਸ ਦੀ ਸਪਲਾਈ ਹੋਏਗੀ, ਕਿਉਂਕਿ ਉੱਥੇ ਕੀ ਹੁੰਦਾ ਹੈ, ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ, ਗੁੱਡਸ ਐਕਸਚੇਂਜ ਹੁੰਦੀਆਂ ਨੇ, ਤੇ ਇੱਥੇ ਕੀ ਆ मनी एक्सचेंज होती है गुड्स के नाल। मीनस कि मनी की डिमांड ते सप्लाई नाल मॉनेटरी सैक्टर लिंक्ड है, ते मॉनेटरी सैक्टर दे विच इक्विलिब्रियम उदों होएगा जदों मनी की सप्लाई इक्वल टू की होएगी मनी की डिमांड होएगी। जिवें कि तुसीं इस फिगर दे विच देख सकते हो कि जिहड़ी मनी की डिमांड कर्व है वो लैफ्ट राइट की है डाउनवर्ड है, ते सप्लाई कर्व की है कॉन्स्टेंट है। ਤਾਂ ਇੱਥੇ ਦੋਨੇ ਜਿੱਥੇ ਕੱਟ ਕਰਨਗੇ ਉੱਥੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਅਚੀਵ ਕੀਤੀ ਜਾ ਸਕਦੀ ਹੈ। ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਉਹ ਐਕਸ ਐਕਸਿਸ ਤੇ ਜਿਹੜੀ ਹੈ ਮਨੀ ਦੀ ਸਪਲਾਈ ਕੁਆਂਟੀਟੀ ਆਫ ਮਨੀ ਲਿੱਤੀ ਹੋਈ ਹੈ, ਤੇ ਉਹ ਵਾਈ ਤੇ ਰੇਟ ਆਫ ਇੰਟਰਸਟ ਲਿੱਤਾ ਹੋਇਆ ਹੈ, ਤੇ ਰੇਟ ਆਫ ਇੰਟਰਸਟ ਤੇ ਡਿਮਾਂਡ ਫॉर ਮਨੀ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ। तब की है जी डिमांड कर्व है मनी दी L1 है वो की होएगी लेफ्ट राइट डाउनवर्ड होएगी, ते जी सप्लाई कर्व है मनी दी वो की है कांस्टेंट है। सप्लाई ते रेट ऑफ इंटरेस्ट का कोई भी फर्क नहीं पै रहा, सप्लाई कर्व वाई एक्सिस के पैरेलल है, तदों की होएगी एम दी वॉर पी दी वॉर होएगी जो कांस्टेंट मनी एंड प्राइस शो कर रही है। ਤੇ ਜਿਹੜੀ ਮਨੀ ਦੀ ਸਪਲਾਈ ਕਰਵ ਹੈ ਉਹਨੂੰ ਜਿਹੜੀ ਡਿਮਾਂਡ ਕਰਵ ਆਫ ਮਨੀ ਹੈ ਮੀਨਸ L1 ਕਰਵ ਉਹ ਕਿੱਥੋਂ ਕੱਟ ਕਰ ਰਹੀ ਹੈ, E1 ਪੁਆਇੰਟ ਤੇ ਕੱਟ ਕਰ ਰਹੀ ਹੈ। ਤਾਂ E1 ਪੁਆਇੰਟ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਮਨੀ ਦੀ ਡਿਮਾਂਡ ਇਕੁਅਲ ਟੂ ਮਨੀ ਦੀ ਸਪਲਾਈ ਹੈ, ਤੇ ਇਕੁਇਲਿਬ੍ਰੀਅਮ ਪੁਆਇੰਟ E1 ਹੈ ਜਿੱਥੇ ਰੇਟ ਆਫ ਇੰਟਰਸਟ ਕਿੰਨਾ ਫਿਕਸ ਕੀਤਾ ਗਿਆ ਹੈ I1 ਐਂਡ ਜਿਹੜੀ ਆਪਣੀ ਇਕੁਇਲਿਬ੍ਰੀਅਮ ਆਊਟਪੁੱਟ ਹੈ that is a money the demand output है that is a m the war divide by p the war। तो ये है अपना मनी मार्केट इक्विलिब्रियम जिथे मार्केट दे विच मनी दी डिमांड ते मनी दी सप्लाई दोने की ने इक्वल ने। ठीक है, एंड उस तो बाद है चेंज इन मनी मार्केट इक्विलिब्रियम कि मनी मार्केट दे विच जिहड़ी इक्विलिब्रियम दी पोजीशन है वो भी चेंज हो सकती है, जिवें कि गुड्स मार्केट दे विच हो सकती सीगी उवें अपनी गुड्स मार्केट ਦੇ ਵਿੱਚ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਸੀ ਥਰੂ ਦਾ ਇਨਵੈਸਟਮੈਂਟ ਕਿਉਂਕਿ ਰੇਟ ਆਫ ਇੰਟਰਸਟ ਘਟਦਾ ਸੀਗਾ। ਤੇ ਇੱਥੇ ਹੀ ਕਹਿੰਦੇ ਜਿਹੜੀ ਮਨੀ ਮਾਰਕੀਟ ਹੈ ਉਹਦੇ ਵਿੱਚ ਵੀ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਚੇਂਜ ਹੋ ਸਕਦੀ ਆ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨਾਓ ਸਪੋਜ਼ ਦੈਟ ਲੈਵਲ ਆਫ ਇਨਕਮ ਇਨਕਰੀਜ਼ਸ ਫਰੋਮ Y1 ਟੂ Y2। ਕਹਿੰਦੇ ਜਿਹੜੀ ਕਿਉਂਕਿ ਆਪਣੀ ਰੇਟ ਆਫ ਇੰਟਰਸਟ ਹੈ ਉਹ ਸਪਲਾਈ ਆਫ ਮਨੀ ਤੇ ਡਿਪੈਂਡ ਕਰਦਾ ਹੈ, रेट ऑफ इंटरस्ट ते सप्लाई ऑफ मनी का पॉजिटिव रिलेशनशिप हुंदा है। ठीक है, जिमें जिमें कहते इनकम इनक्रीज हुंदी जाती है रेट ऑफ इंटरस्ट भी इनक्रीज हुंदा जाता है। अगर कहते इनकम इनक्रीज हुंदी है Y1 तो Y2 जिमें कि तुसी देख सकते हो डायग्राम दे विच, तां कहते जिहड़ी मनी डिमांड है वो भी की होएगी इनक्रीज होएगी। तां मनी डिमांड इनक्रीज होने दे नाल जिहड़ी अपनी डिमांड कर्व ऑफ मनी है वो राइट साइड शिफ्ट हो जाएगी, जिसदे नाल रेट ऑफ इंटरस्ट भी चेंज होएगा क्योंकि जिहड़ी सप्लाई ऑफ मनी की है कांस्टेंट है। हुण तुसीं इत्थे देख सकते हो जिहड़ा है चेंज इन मनी मार्केट इक्विलिब्रियम की मनी मार्केट दे विच जिहड़ी इक्विलिब्रियम दी पोजीशन है वो किद्दां चेंज हुंदी है, वो एक्स एक्सिस ते जिहड़ी है आपां नूं सप्लाई एंड डिमांड फॉर मनी दिखाया हुआ है एंड इनकम दिखाया हुआ है एंड ओ वाई ते आपां नूं इंटरस्ट रेट दिखाया हुआ है। ਤਾਂ ਇਨੀਸ਼ੀਅਲੀ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿਹੜੀ ਹੈ E1 ਹੈ, ਇੱਥੇ ਸਪਲਾਈ ਆਫ ਮਨੀ ਕਾਂਸਟੈਂਟ ਹੈ ਐਂਡ ਡਿਮਾਂਡ ਫॉर ਮਨੀ ਕਿੰਨੀ ਹੈ L1 ਹੈ। L1 ਇਜ਼ ਅ ਡਿਮਾਂਡ ਫॉर ਮਨੀ ਜਦੋਂ ਆਪਣੀ ਇਨਕਮ ਕਿੰਨੀ ਸੀ Y1 ਸੀ, ਜਦੋਂ ਇਨਕਮ Y1 ਸੀਗੀ
ਤਾਂ ਡਿਮਾਂਡ ਫॉर ਮਨੀ L1 ਸੀ ਜੋ ਸਪਲਾਈ ਆਫ ਮਨੀ ਨੂੰ E1 ਪੁਆਇੰਟ ਤੇ ਕੱਟ ਕਰ ਰਹੀ ਹੈ। ਤਾਂ E1 ਪੁਆਇੰਟ ਕਿਸੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਸੀਗੀ ਜਿੱਥੇ ਰੇਟ ਆਫ ਇੰਟਰਸਟ ਉਹ I1 ਫਿਕਸ ਕੀਤਾ ਗਿਆ ਸੀਗਾ ਤੇ ਜਿਹੜੀ ਮਨੀ ਦੀ ਸਪਲਾਈ ਸੀ ਉਹ ਕਾਂਸਟੈਂਟ ਸੀ, ਉਹ Y ਰੱਖ ਲਓ ਤੁਸੀਂ, ਠੀਕ ਹੈ। ਐਂਡ ਉਸ ਤੋਂ ਬਾਅਦ ਜਦੋਂ ਕਹਿੰਦੇ ਆਪਣੀ ਇਨਕਮ ਇਨਕਰੀਜ਼ ਹੋ ਗਈ, ਇੰਡੀਵਿਜੂਅਲਸ ਦੀ ਇਨਕਮ ਇਨਕਰੀਜ਼ ਹੋਈ ਤਾਂ ਇਨਕਮ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਮਨੀ ਦੀ ਡਿਮਾਂਡ ਉਹ ਵੀ ਕੀ ਹੋ ਗਈ, ਇਨਕਰੀਜ਼ ਹੋ ਗਈ। ਤਾਂ ਮਨੀ ਦੀ ਡਿਮਾਂਡ ਕਰਵ ਹੈ ਜਿਹੜੀ ਉਹ ਰਾਈਟਵਰਡ ਸ਼ਿਫਟ ਹੋ ਜਾਏਗੀ, ਰਾਈਟਵਰਡ ਮੀਨਸ ਅਪਵਰਡ ਸ਼ਿਫਟ ਹੋ ਜਾਏਗੀ। ਤਾਂ ਇਨਕਰੀਜ਼ ਹੋ ਕੇ L1 ਤੋਂ ਕਿੰਨੀ ਹੋਗੀ, L2 ਹੋਗੀ, ਕਿਉਂਕਿ ਇਨਕਮ ਇਨਕਰੀਜ਼ ਹੋਣ ਦੇ ਨਾਲ ਡਿਮਾਂਡ ਫॉर ਮਨੀ ਕੀ ਹੈ, ਇਨਕਰੀਜ਼ ਹੋਗੀ। ਤਾਂ ਨਿਊ ਇਕੁਇਲਿਬ੍ਰੀਅਮ ਪੁਆਇੰਟ ਕਹਿੰਦੇ E2 ਹੋਇਆ। ਹੁਣ E2 ਪੁਆਇੰਟ ਤੇ ਜਿਹੜੀ ਆਪਣੀ डिमांड कर्व ऑफ मनी है, सप्लाई कर्व ऑफ मनी ਨੂੰ ਕੱਟ ਕਰ ਰਹੀ ਹੈ। ਤਾਂ E2 ਇਜ਼ ਦਾ ਨਿਊ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਰੇਟ ਆਫ ਇੰਟਰਸਟ ਸਾਡਾ ਉਹ I1 ਤੋਂ ਵੱਧ ਕੇ ਕਿੰਨਾ ਹੋ ਗਿਆ, ਉਹ I2 ਹੋ ਗਿਆ, ਠੀਕ ਹੈ। ਤਾਂ ਇਨਕਮ ਵਧਣ ਦੇ ਨਾਲ ਡਿਮਾਂਡ ਫॉर ਮਨੀ ਵੀ ਇਨਕਰੀਜ਼ ਹੋਈ ਤੇ ਰੇਟ ਆਫ ਜਿਹੜਾ ਇੰਟਰਸਟ ਉਹ ਵੀ ਕੀ ਹੋ ਗਿਆ, ਇਨਕਰੀਜ਼ ਹੋ ਗਿਆ। ਅਗਰ ਕਹਿੰਦੇ ਜਿਹੜੀ ਹੈ ਆਪਣੀ ਇਨਕਮ ਡਿਕਰੀਜ਼ ਹੋ ਜਾਵੇ, ਇਨਕਮ ਡਿਕਰੀਜ਼ ਹੋ ਕੇ Y1 ਤੋਂ Y2 ਹੋ ਜਾਵੇ ਤਾਂ ਫਿਰ ਕੀ ਹੋਏਗਾ, ਆਪਣੀ ਜਿਹੜੀ ਡਿਮਾਂਡ ਫॉर ਮਨੀ ਹੈ ਉਹ ਵੀ ਡਿਕਰੀਜ਼ ਹੋਏਗੀ। ਡਿਮਾਂਡ ਫॉर ਮਨੀ ਹੈ ਜਿਹੜੀ ਉਹ डाउनवर्ड शिफ्ट हो जाएगी। तो डिमांड फॉर मनी डाउनवर्ड शिफ्ट होके L2 हो जाएगी। तो L2 कर्व है ਜਿਹੜੀ अपनी ਜਿਹੜੀ है सप्लाई कर्व ਨੂੰ E2 पॉइंट ਤੇ कट करेगी। E2 पॉइंट इज अ न्यू इक्विलिब्रियम पॉइंट जो शो कर रहा है कि ਜਿਹੜਾ रेट ऑफ इंटरस्ट है I1 ਤੋਂ कट के I2 हो गया। E2 ਜਿੱਥੇ इक्विलिब्रियम ਦਾ पॉइंट है ਉੱਥੇ I2 रेट ऑफ इंटरस्ट है। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਆਪਣੀ है डिमांड फॉर मनी मीनस इक्विलिब्रियम की पोजीशन वो किहदे थ्रू चेंज होएगी, मनी की डिमांड के थ्रू चेंज हुई है। तो रेट ऑफ इंटरस्ट भी क्योंकि इनकम वधन दे नाल डिमांड फॉर मनी इनक्रीज होएगी, डिमांड वधन दे नाल की आ अपना जिहड़ा रेट ऑफ इंटरस्ट वो भी की होएगा, इनक्रीज होएगा। तो इस दे थ्रू इक्विलिब्रियम की पोजीशन भी चेंज होएगी, ठीक है। E1 तो E2, ठीक है, इनकम वधी, डिमांड फॉर मनी वधी, रेट ऑफ इंटरस्ट वधिया। एंड E1 तो E2 ते इक्विलिब्रियम नीचे क्योंकि अपनी जो है डिमांड फॉर मनी घटी क्योंकि इनकम घट गई एंड रेट ऑफ इंटरस्ट भी घट गया। दिस इज द चेंज इन मनी मार्केट इक्विलिब्रियम। एंड द नेक्स्ट इज LM कर्व ਜਿਹੜੀ ਹੈ ਆਪਣੀ LM कर्व ਹੁਣ ਆਪਾਂ ਉਹ ਦੇਖਦੇ ਹਾਂ। ਤਾਂ LM कर्व ਸਾਡੇ ਕੀ ਹੈ, the combinations of income and interest rate which is discussed in the previous sections are important for understanding the LM कर्व। ਜਿਵੇਂ ਕਿ ਆਪਾਂ ਨੇ previous ਪਹਿਲਾਂ ਗੱਲ ਕੀਤਾ ਸੀ ਆਪਾਂ ਨੇ ਕਿ ਜਿਹੜਾ ਆਪਣਾ IS कर्व ਹੈ ਉਹ ਸਾਨੂੰ ਕਿਸ ਚੀਜ਼ ਦੇ ਵਿੱਚ ਰਿਲੇਸ਼ਨਸ਼ਿਪ ਦੱਸ ਰਹੀ ਹੈ, ਇਨਵੈਸਟਮੈਂਟ ਐਂਡ ਇਨਕਮ, कि इन्वेस्टमेंट के थ्रू साड़ी जी इनकम है वो कितनी जनरेट हो रही है। तो तुहानू पता है कि जी इन्वेस्टमेंट है वो किस चीज़ से डिपेंड करती होंगी है, इंटरस्ट रेट से डिपेंड करती होंगी है, क्योंकि इंटरस्ट रेट तो इन्वेस्टमेंट का इनवर्स रिलेशनशिप है। तो जिन्नी आप इन्वेस्टमेंट करांगे उन्नी ही अपनी की होएगी आउटपुट इनकम जनरेट होएगी। तो a series of such combinations even actually creates that LM curve। LM curve shows the combination of interest rate and level of income such that the demand of real balances is equal to supply of real balances। कहते LM curve सानू शो की करती है इंटरस्ट रेट ते लेवल ऑफ इनकम का रिलेशनशिप कि इंटरस्ट रेट ते जिहड़ी अपनी इनकम है इहदे विच की रिलेशनशिप है। तो तुहानू पता ही है कि जिहड़ी LM कर्व है वो की इंडिकेट करदी आ कि जिहड़ी अपनी सप्लाई ऑफ रियल बैलेंसेस है वो डिमांड फॉर रियल बैलेंसेस दे इक्वल है LM कर्व ते। तो all the point of LM curves indicate the money market equilibrium and all the points outside the LM curve indicates the disequilibrium in the money market। तो तुसी इत्थे देख सकते हो and LM curve is positively sloped, y increases the rate of interest increases। देखो क्योंकि LM ਜਿਹੜੀ ਹੈ ਆਪਣੀ कर्व ਉਹ ਸਾਨੂੰ ਦੱਸਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਇੰਟਰਸਟ ਰੇਟ ਐਂਡ ਇਨਕਮ, क्योंकि इंटरस्ट रेट का इनकम ते आउटपुट ते भी इफेक्ट पैंदा है, क्योंकि इंटरस्ट रेट दे ना ते ही साडी जिहड़ी इन्वेस्टमेंट है वो की करदी है डिपेंड करदी है। ते इंटरस्ट रेट ते ही जिहड़ी मनी दी डिमांड है ते सप्लाई है वो भी की डिपेंड करदी है। ਤਾਂ ਇੱਥੇ LM कर्व कहते किहदे थ्रू बनेगी, LM कर्व ਸਾਨੂੰ ਇਨਕਮ ਤੇ ਰੇਟ ਆਫ ਇੰਟਰਸਟ ਦੇ ਵਿੱਚ ਰਿਲੇਸ਼ਨਸ਼ਿਪ ਦੱਸੇਗਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ LM कर्व ਹੈ ਉਹ ਲੈਫਟ ਰਾਈਟ ਕੀ ਬਣੇਗੀ, ਪੋਜ਼ਿਟਿਵ बनेगी, लेफ्ट राइट अपवर्ड जाएगी।
ਤੁਸੀਂ ਦੇਖ ਸਕਦੇ ਹੋ ਇੱਥੇ ਸਭ ਤੋਂ ਪਹਿਲਾਂ E1 ਇਜ਼ ਅ ਇਕੁਇਲਿਬ੍ਰੀਅਮ ਪੋਜੀਸ਼ਨ, ਜਿੱਥੇ ਕਹਿੰਦੇ ਕੀ ਆ ਆਪਣੀ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਇਕੁਅਲ ਹੈ। ਠੀਕ ਹੈ, ਇੱਥੇ ਰੇਟ ਆਫ ਇੰਟਰਸਟ ਕਿੰਨਾ ਹੈ, I1 ਇਜ਼ ਅ ਰੇਟ ਆਫ ਇੰਟਰਸਟ ਐਂਡ Y1 ਇਜ਼ ਅ ਇਨਕਮ ਐਂਡ ਆਊਟਪੁੱਟ। ਜਿਹੜੀ ਹੈ Y1 ਇਨਕਮ ਐਂਡ ਆਊਟਪੁੱਟ ਹੈ, I1 ਇਜ਼ ਅ ਰੇਟ ਆਫ ਇੰਟਰਸਟ, E1 ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ, ਜਿੱਥੇ ਰੀਅਲ ਡਿਮਾਂਡ ਫॉर ਮਨੀ ਇਕੁਅਲ ਟੂ ਕੀ ਹੈ, ਰੀਅਲ ਸਪਲਾਈ ਆਫ ਮਨੀ। ठीक है, एंड उस तो बाद अगर कहते इनकम साडी इंक्रीज हो जाती है, इनकम इंक्रीज होके Y1 तो Y2 हो जाती है, तब कहते आपां ऊपर चले जाने हैं। ठीक है, E2 पॉइंट ते आ जावांगे, तो E2 पॉइंट ते की अपना जो रेट ऑफ इंटरस्ट है वो भी इंक्रीज होके I1 तो कितना हो गया, I2 हो गया, क्योंकि इनकम इंक्रीज हुई है। ठीक है, एंड अगर कहते साडी इनकम डिक्रीज हो जाती है Y1 तो Y3, तो रेट ऑफ इंटरस्ट भी किया डिक्रीज हो जाएगा, I1 तो I3 हो जाएगा। तब कहते जो आप E1 E2 E3 ये तिना कॉम्बिनेशंस ਨੂੰ ਮਿਲਾਵਾਂਗੇ ਤਾਂ ਜਿਹੜੀ ਸਾਡੀ LM कर्व है मॉनेटरी मार्केट ਦੇ ਵਿੱਚ ਉਹ ਬਣ ਜਾਏਗੀ, ਜੋ ਇਕੁਇਲਿਬ੍ਰੀਅਮ ਦਿਖਾਏਗੀ इन द डिमांड एंड सप्लाई ऑफ मनी। ਤਾਂ ਇਸ LM कर्व ਦੇ ਜਿੰਨੇ ਵੀ ਪੁਆਇੰਟਸ ਹੋਣਗੇ ਉਹ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਨੂੰ ਦਿਖਾ ਰਹੇ ਨੇ अपना मॉनेटरी मार्केट ਦੇ ਵਿੱਚ, ਜਿੱਥੇ डिमांड फॉर मनी इक्वल टू रियल सप्लाई ऑफ मनी ਦੇ इक्वल है। ਤੇ ਜਿਹੜਾ P and Q पॉइंट है ਇਹ ਕੀ ਸ਼ੋ ਕਰ ਰਿਹਾ, डिसइक्विलिब्रियम इन मनी मार्केट शो कर ਰਿਹਾ ਕਿ मनी मार्केट ਦੇ ਵਿੱਚ ਕੀ ਹੈ, डिसइक्विलिब्रियम है। ਜਿਹੜਾ P पॉइंट है ਉਹ ਕੀ ਸ਼ੋ ਕਰ ਰਿਹਾ ਹੈ, ਤਾਂ ਤੁਸੀਂ ਦੇਖ ਸਕਦੇ ਹੋ P पॉइंट एक्सेस सप्लाई शो कर रहा है, किस सप्लाई ऑफ मनी किया ग्रेटर दैन डिमांड फॉर मनी है। अगर आप LM कर्व तो लैफ्ट साइड देखते हैं, जेड़ा P पॉइंट है दिस इज अ डिसइक्विलिब्रियम जो शो कर रहा है, वो P पॉइंट शो कर रहा है कि सप्लाई ऑफ मनी ग्रेटर दैन किया डिमांड फॉर मनी है। अगर सप्लाई ऑफ मनी ज्यादा होगी तो रेट ऑफ इंटरेस्ट की हो जाएगा, इंक्रीज हो जाएगा, I3 तो I1 पे शिफ्ट हो जाएगा। एंड दूसरी तरफ किया जेड़ा की Q पॉइंट है वो भी किया डिसइक्विलिब्रियम शो कर रहा है, तक एट द पॉइंट Q which is the right side and below the LM curve is the excess demand for money, कि जेड़ी मनी दी डिमांड है वो ज्यादा है कि तो सप्लाई तो this will push the interest rate up so that there is the equilibrium in the money मार्केट। कहते ਇਹਦੇ ਥਰੂ ਕੀ ਹੋਏਗਾ, ਜਿਹੜੀ ਆਪਣਾ रेट ऑफ इंटरेस्ट है पुश हो जाएगा I3 तो I है ਜਿਹੜਾ अपना 1 ਤੇ हो जाएगा, ये 1 ਤੇ हो जाएगा, इक्विलिब्रियम ਦੀ पोजीशन अपने आप आ जाएगी। ਤਾਂ ਇਹ P ਤੇ Q ਪੁਆਇੰਟ ਦੋਨੇ डिसइक्विलिब्रियम ਦੇ ਪੁਆਇੰਟ ਨੇ, ਐਂਡ ਜਿਹੜਾ LM ਤੇ ਸਾਰੇ ਪੁਆਇੰਟਸ ਨੇ ਉਹ ਕੀ ਨੇ, इक्विलिब्रियम ਦੇ ਪੁਆਇੰਟ ਨੇ। ਦੈਨ ਇਕੁਏਸ਼ਨ ਫॉर द LM कर्व ਕੀ ਸਾਨੂੰ ਸ਼ੋ ਕਰ ਰਹੀ ਹੈ, ਸਪਲਾਈ ਆਫ ਰੀਅਲ ਬੈਲੈਂਸਿਸ ਇਜ਼ ਗਿਵਨ ਬਾय M divided P by equating the demand for real balances with the supply for real balances we obtain the equation of LM curve। ਤਾਂ ਇਹ ਸੀਗਾ ਸਾਡਾ LM curve ਜੋ ਸਾਨੂੰ ਦੱਸੇਗਾ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਕਮ ਐਂਡ ਰੇਟ ਆਫ ਇੰਟਰਸਟ, ਕਿ ਇਨਕਮ ਇੰਕਰੀਜ਼ ਹੋਣ ਦੇ ਨਾਲ ਜਿਹੜਾ ਰੇਟ ਆਫ ਇੰਟਰਸਟ ਉਹ ਵੀ ਕੀ ਹੋਏਗਾ, ਇਨਕਰੀਜ਼ ਹੋਏਗਾ। एंड द नेक्स्ट इज द स्लोप ऑफ LM कर्व। ਜਿਹੜੀ LM कर्व है ਉਹਦੀ स्लोप ਕਿੱਦਾਂ ਦੀ ਹੋਏਗੀ, ਕਹਿੰਦੇ the slope of LM curve can be derived from the LM equation। ਕਹਿੰਦੇ LM equation ਤੋਂ ਜਿਹੜੀ LM slope curve ਹੈ ਆਪਾਂ ਉਹਨੂੰ ਦਿਖਾ ਸਕਦੇ ਹਾਂ। ठीक है, कहते you should note, ਤੁਹਾਨੂੰ ਪਤਾ ਹੀ ਹੈ कि LM curve denotes the change in rate of interest due to change in income। ਤਾਂ LM curve ਸਾਨੂੰ ਕੀ ਦੱਸਦੀ ਹੈ ਕਿ ਆਪਣਾ ਜੋ ਰੇਟ ਆਫ ਇੰਟਰਸਟ ਹੈ ਉਹਦੇ ਵਿੱਚ ਕਿੰਨਾ ਚੇਂਜ ਹੋਇਆ ਹੈ ਇਨਕਮ ਚੇਂਜ ਹੋਣ ਦੇ ਨਾਲ। ਇਨਕਮ ਇੰਕਰੀਜ਼ ਹੋਏਗੀ, ਰੇਟ ਆਫ ਇੰਟਰਸਟ ਇੰਕਰੀਜ਼ ਹੋਏਗਾ, ਇਨਕਮ ਡਿਕਰੀਜ਼ ਹੋਏਗੀ, ਰੇਟ ਆਫ ਇੰਟਰਸਟ ਡਿਕਰੀਜ਼ ਹੋਏਗਾ। ਇਹ ਦੋਨਾਂ ਦੇ ਵਿੱਚ ਰਿਲੇਸ਼ਨਸ਼ਿਪ ਦੱਸ ਰਹੀ ਆ। ਤਾਂ ਫਿਰ ਕਹਿੰਦੇ ਸਲੋਪ ਆਫ LM curve ਕਿਸ ਚੀਜ਼ ਦੇ ਇਕੁਅਲ ਹੈ, ਇਕੁਏਸ਼ਨ ਪਹਿਲਾਂ ਦੇਖ ਸਕਦੇ ਹੋ ਤੁਸੀਂ, कहते डेल्टा I डिवाइड बाय डेल्टा Y। डेल्टा I सानू की दस रहे, दिस इज द चेंज इन इन्वेस्टमेंट, एंड डेल्टा Y दिस इज द चेंज इन इनकम, कि चेंज इन इनकम दे थ्रू चेंज इन इन्वेस्टमेंट, कि इनकम दे थ्रू साडी इन्वेस्टमेंट दे विच कितना चेंज हो रहा है। ठीक है, एंड K डिवाइड बाय H सानू K की दसदा है, जिवें कि तुसीं देख सकते हो LM कर्व इज गिवन बाय द रेशियो ऑफ K एंड H। तो ਇਹਦੇ ਵਿੱਚ ਕੀ ਆ, greater the responsiveness of the demand for money to income is K and responsiveness of the demand for money to interest rate is
एच जरा रिस्पॉन्स इंटरस्ट रेट का है एच तो इनकम का है ओके के डिवाइड बाय एच ठीक है द स्टीपर विल बी द एल एम कर्व एक जी अपनी एल एम कर्व है वो स्टीपर होएगी एंड एक होएगी अपनी थोड़ी जी फ्लैट होएगी तो तुम देख सकते हो इतने जड़ा अपना स्लोप ऑफ एल एम कर्व है एल एम कर्व दियां टू स्लोप्स ने एक एल एम वन है एक एल एम टू है ओ एक्स एक्सिस ते क्वांटिटी ऑफ मनी लिखी हुई है ते ओ वाई ते रेट ऑफ इंटरेस्ट लिखा हुआ है द स्लोप ऑफ एल एम कर्व कितना होएगी द two LM curves with different slopes if the demand for money is relatively insensitive to the interest rate means h is close to zero अगर h close zero दे है then the LM curve will be nearly vertical LM1 होएगी the nearly vertical होएगी y axis दे parallel होएगी on the other hand if the demand for money is very sensitive to the interest rate demand for money ਜਿਹੜੀ very sensitive है to the interest rate थोड़ा ਜਿਹਾ ਚੇਂਜ ਹੁੰਦੇ ਨਾਲ demand ਬਹੁਤ ਜ਼ਿਆਦਾ ਚੇਂਜ ਹੋ ਜਾਏਗੀ ਮਨੀ ਦੀ then ਕਹਿੰਦੇ LM curve will be the nearly horizontal ਤਾਂ LM curve ਕੀ ਆ horizontal ਹੋਏਗੀ x axis ਦੇ parallel ਹੋਏਗੀ means LM2 ਹੋਏਗੀ ਤਾਂ LM curve ਸਾਨੂੰ ਕੀ ਦੱਸ ਰਹੀ ਆ ਜਿਹੜਾ ਹੈ ਇੰਟਰਸਟ ਰੇਟ ਦਾ क्वांटिटी ऑफ मनी ते जरा इफेक्ट है वो घट पै रहा है इंटरस्ट रेट विच ज़्यादा पै रहा लेकिन जी LM2 सानू दस रही है कि इंटरस्ट रेट थोड़ा जिहा घट चेंज हो रहा है लेकिन डिमांड एंड सप्लाई ऑफ मनी ज़्यादा हो रही है तो LM2 कर्व ते ज़्यादा इफेक्ट पै रहा है ठीक है इंटरस्ट रेट का तब कहते एक स्टीपर है तो एक फ्लैटर है तो LM कर्व्स ये दोनों तरह दियां हो सकदियां एंड द नेक्स्ट इज पोजीशंस ऑफ LM कर्व कि LM कर्व की जी पोजीशंस है वो किस तरह दियां होंगियां अलोंग द LM कर्व द रियल मनी सप्लाई तुहानू पता ही आ कि सप्लाई कांस्टेंट है m दी वॉट डिवाइड बाय p दी वॉट इज हेल्ड कांस्टेंट सो इफ देयर इज अ चेंज इन रियल मनी सप्लाई द LM कर्व विल शिफ्ट अगर कहते जरा मॉनेटरी सैक्टर के रियल सप्लाई ऑफ मनी इनक्रीज डिक्रीज हो जाएगी तो LM कर्व अपनी की होएगी शिफ्ट होएगी a change in real money supply the LM curve will shift if the real money supply increases अगर real money supply है जड़ी increase होएगी तो जड़ी LM curve है ये rightward shift होएगी अगर जड़ी है रियल सप्लाई ऑफ मनी डिक्रीज होएगी तो LM कर्व लेफ्टवर्ड शिफ्ट हो जाएगी रिमेंबर दैट एन इंक्रीज इन रियल मनी सप्लाई कैन टेकन प्लेस इन 3 वेज कहते जी रियल मनी सप्लाई है वो इनक्रीज है जो तीन तरीके के नाल हो सकता है वो तीन तरीके किहड़े ने 3 रीजनस किहड़े ने द फर्स्ट इज देयर इज एन इंक्रीज इन नॉमिनल मनी सप्लाई व्हिल प्राइस लेवल इज अनचेंज्ड कहते जो प्राइस सेम है तो लेकिन जो अपना नॉमिनल मनी सप्लाई है मीनस मनी की रुपीज़ की सप्लाई है ज़्यादा हो जाए उदो रियल मनी सप्लाई ज़्यादा होती है एंड द सैकेंड देयर इज अ डिक्रीज इन प्राइस लेवल विल नॉमिनल मनी सप्लाई इज कांस्टेंट जहाँ फिर प्राइस लेवल चेंज हो रहा है तो जी मनी नॉमिनल सप्लाई ऑफ मनी है वो कांस्टेंट है नॉमिनल सप्लाई ऑफ मनी दे विच कोई भी चेंज नहीं हो रहा एंड द थर्ड इज देयर इज सच चेंजेस ठीक है इन बोथ M एंड P जो मनी भी चेंज हो रही है तो प्राइस भी चेंज हो रही है दोनों के थ्रू अपनी जी रियल मनी सप्लाई की होएगी चेंज होएगी ठीक है आप ये मन के चलते हैं कि प्राइस लेवल इज कांस्टेंट आप हुण मन के चलते हैं कि प्राइस लेवल कांस्टेंट आ एंड इंक्रीज इन नॉमिनल मनी सप्लाई इंप्लाइज एंड इंक्रीज इन रियल मनी सप्लाई कि अगर प्राइस कांस्टेंट होने जी नॉमिनल मनी सप्लाई है वो इंक्रीज हो जाएगी तो रियल मनी सप्लाई भी की होएगी इंक्रीज होएगी वेयर रियल मनी सप्लाई इंक्रीजेस फ्रॉम M दी वॉट डिवाइड बाय P दी वॉट टू जिवें कि अपन पहला दस्सिया होया सीगा कि जी सप्लाई सी कांस्टेंट सीगी M दी वॉट डिवाइड बाय P दी वॉट ठीक है इक्वेशंस दसी हुई सी तुहानू देखो तो इत्थे मनी की सप्लाई जिवें कि मनी मार्केट दे विच कांस्टेंट सी ते प्राइस भी कांस्टेंट सी M दी वॉट डिवाइड बाय P दी वॉट
ਕਹਿੰਦੇ ਅਗਰ ਨੋਮੀਨਲ ਵੇਜਿਸ ਨੇ ਜਿਹੜੀਆਂ ਨੋਮੀਨਲ ਮਨੀ ਹੈ ਜਿਹੜੀ ਉਹਦੀ ਸਪਲਾਈ ਚੇਂਜ ਹੋ ਜਾਵੇ ਇਨਕਰੀਜ਼ ਹੋ ਜਾਵੇ ਤਾਂ ਜਿਹੜੀ ਆਪਣੀ ਰੀਅਲ ਸਪਲਾਈ ਆਫ ਮਨੀ ਉਹ ਵੀ ਕੀ ਹੋਏਗੀ ਇਨਕਰੀਜ਼ ਹੋ ਜਾਏਗੀ ਤਾਂ ਇਨਕਰੀਜ਼ ਹੋ ਕੇ ਐਮ ਦੀ ਵਾਰ ਪੀ ਦੀ ਵਾਰ ਤੋਂ ਕੀ ਹੋ ਜਾਏਗੀ ਪ੍ਰਾइस चेंज नहीं होया है प्राइस सेम है तो एम दी डैश एम दी वॉट डैश हो जाएगी डिवाइड बाय पी ठीक है तो ये थ्रू की है जी अपनी रियल सप्लाई ऑफ मनी वो भी की होएगी इनक्रीज होएगी तो जी होएगा मनी सप्लाई कर्व है जी अपनी शिफ्ट हो जाएगी राइट साइड सच अ शिफ्ट इन मनी सप्लाई कर्व विल रिजल्ट इन डिक्रीज इन रेट ऑफ इंटरेस्ट जो मनी की सप्लाई इंक्रीज हो जाएगी तो जो अपना रेट ऑफ इंटरेस्ट है वो डिक्रीज हो जाएगा rate of interest for each level of income thus there will be a rightward shift in the lm curve rightward shift हो जाएगी जब मनी की सप्लाई इंक्रीज होएगी the rate of interest change from ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਉਹ x axis ਤੇ ਆਪਣੀ ਜਿਹੜੀ ਹੈ ਮਨੀ ਦੀ ਸਪਲਾਈ ਲਿੱਤੀ ਹੋਈ ਹੈ ਐਂਡ ਉਹ y axis ਤੇ rate of interest ਲਿੱਤਾ ਹੋਇਆ ਹੈ ਤਾਂ rate of interest changes ਤਾਂ ਸਭ ਤੋਂ ਪਹਿਲਾਂ ਜਿਹੜੀ lm1 curve ਹੈ ਇਹ ਕੀ ਆਪਣੀ ਇਨੀਸ਼ੀਅਲ curve ਹੈ ठीक है जिथे कहते मनी की डिमांड ते सप्लाई इक्वल है मान लो कहते प्राइस कांस्टेंट है तो जी नॉमिनल सप्लाई ऑफ मनी वो इंक्रीज होगी ये थ्रू जी रियल सप्लाई ऑफ मनी वो भी इंक्रीज हो जाएगी उसके इंक्रीज होने के नाल जी अपनी LM कर्व है वो राइटवर्ड शिफ्ट होगी राइटवर्ड शिफ्ट होकर की होगी LM2 होगी तो LM2 होने के नाल की हो गया जो पहला अपना इनिशियल रेट ऑफ इंटरेस्ट थी जो LM1 कर्व सी अपनी E1 इज द इक्विलिब्रियम पॉइंट जिथे रेट ऑफ इंटरेस्ट कितना सीगा I1 ਸੀਗਾ ਕਹਿੰਦੇ ਜਦੋਂ ਰੇਟ ਆਫ ਆਪਣਾ ਜਿਹੜਾ ਹੈ LM कर्व शिफ्ट होगी राइटवर्ड इंक्रीज इन द सप्लाई ऑफ मनी हो गया तो रेट ऑफ इंटरेस्ट डिक्रीज हो गया E2 इज अ न्यू इक्विलिब्रियम पॉइंट जो सानू शो कर रहा है कि रेट ऑफ इंटरेस्ट डिक्रीज होके I1 तो कितना हो गया I2 हो गया तो जी अपनी आउटपुट है इनकम है वो Y1 ही है इनकम से कोई भी इफेक्ट नहीं पिया है सिर्फ नॉमिनल सप्लाई ऑफ मनी करके LM कर्व राइटवर्ड शिफ्ट होगी पहला रेट ऑफ इंटरेस्ट घट सीगा सप्लाई ज्यादा होने करके रेट ऑफ इंटरेस्ट किया डिक्रीज हो गया E1 तो न्यू इक्विलिब्रियम पॉइंट आप E2 ते आ गए तो रेट ऑफ इंटरेस्ट I1 तो कट के कितना रह गया I2 रह गया ठीक है तो एक ही सी साडा शिफ्ट इन LM कर्व तो LM कर्व जी इस तरह वो साडी शिफ्ट हो सकती है जो मनी की सप्लाई इंक्रीज होगी तो स्लोप ऑफ LM कर्व की रहेगी लैफ्ट राइट अपवर्ड रहेगी तो आप देख सकते हैं कि जी LM कर्व है तो IS कर्व है उन्होंने जी अपनी इकोनॉमी डिपेंड कर दिया IS कर्व इन्वेस्टमेंट सेविंग के रिलेशनशिप में दस दिया तो LM कर्व आ जी साडी इनकम ते रेट ऑफ इंटरेस्ट रिलेशन उत्थे होएगा जिथे जी रियल डिमांड फॉर मनी है और रियल सप्लाई ऑफ मनी ते इक्वल होएगी तो तुसी रियल डिमांड फॉर मनी भी देख ली रियल सप्लाई ऑफ मनी भी देख ली तो तुसी देखिया सीगा डिमांड फॉर मनी ते रेट ऑफ इंटरेस्ट का नेगेटिव रिलेशनशिप है तो डिमांड फॉर मनी लैफ्ट राइट डाउनवर्ड होएगी जो तुसी L1 देख रहे हो इस डायग्राम दे विच ते सप्लाई ऑफ मनी कांस्टेंट है जो है M दी वार P दी वार तो प्राइस भी कांस्टेंट है तो मनी की सप्लाई भी किया कांस्टेंट है तो दोनों एक दूसरे दे इक्वल कितने ने E1 पॉइंट ते दोनों एक दूसरे दे इक्वल है तो E1 इज द इक्विलिब्रियम पॉइंट जिथे रेट ऑफ इंटरेस्ट कितना फिक्स होया I1 फिक्स होया इथे ਆਪਾਂ कह सकते कि मनी मार्केट इक्विलिब्रियम दी पोजीशन दे विच है एंड द नेक्स्ट इज चेंज इन मनी मार्केट इक्विलिब्रियम अगर सप्लाई कांस्टेंट है तो जो मनी मार्केट दे विच इक्विलिब्रियम है वो चेंज हो सकता है ड्यू टू इंक्रीज इन इनकम और डिक्रीज इन इनकम अगर इनकम दे विच इंक्रीज होया है तो डिमांड फॉर मनी इंक्रीज होएगी तो रेट ऑफ इंटरेस्ट भी इंक्रीज होएगा इक्विलिब्रियम भी चेंज होएगा जिमें कि Y1 एंड L1 इज अ इनिशियल डिमांड कर्व E1 ते इक्विलिब्रियम दी पोजीशन है जिथे रेट ऑफ इंटरेस्ट I1 है एंड अगर कहते इनकम इंक्रीज होगी तो डिमांड फॉर मनी इंक्रीज होके जी अपनी डिमांड कर्व है ये L1 तो L2 ते शिफ्ट होगी न्यू इक्विलिब्रियम पॉइंट E2 बनया जो शो कर रहा है कि रेट ऑफ इंटरेस्ट भी इंक्रीज होया अगर जी है इनकम डिक्रीज होगी Y1 तो Y2 तक की जी अपनी डिमांड फॉर मनी है डाउनवर्ड शिफ्ट हो जाएगी कर्व तो E2 इज द न्यू इक्विलिब्रियम पॉइंट जो शो कर रहा है कि डिमांड फॉर मनी डिक्रीज होने के नाल रेट ऑफ इंटरेस्ट भी डिक्रीज हो गया I1 तो I2 हो गया इस तरह जो अपना मार्केट इक्विलिब्रियम है चेंज हो सकता है and then LM curve some does relationship between the income and rate of interest इन्हां दे विच पॉजिटिव रिलेशनशिप है अगर इनकम इंक्रीज होएगी
ਤਾਂ डिमांड फॉर मनी इंक्रीज होएगी, रेट ऑफ इंटरेस्ट भी इंक्रीज होएगा। अगर इनकम डिक्रीज होएगी, डिमांड फॉर मनी डिक्रीज होएगी, रेट ऑफ इंटरेस्ट भी डिक्रीज होएगा। तो ਜਿਹੜੇ ਪੁਆਇੰਟਸ ਨੇ ਇਹਨਾਂ ਦੇ E1 E2 E3 ਤਿੰਨਾਂ ਨੂੰ ਆਪਾਂ ਮਿਲਾ ਦਾਂਗੇ ਤਾਂ ਇਹ ਸਾਡੀ LM ਕਰਵ ਹੋਏਗੀ, ਜਿੱਥੇ ਮਨੀ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਹੈ, ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਇਕੁਅਲ ਹੈ। ਤੇ ਉਸ ਤੋਂ ਬਾਅਦ ਜਿਹੜਾ E1 E2 E3 ਪੁਆਇੰਟ ਹੈ ਇਕੁਇਲਿਬ੍ਰੀਅਮ ਨੂੰ ਸ਼ੋ ਕਰ ਰਿਹਾ ਹੈ, P ਐਂਡ Q ਪੁਆਇੰਟ ਹੈ ਜਿਹੜਾ ਡਿਸਇਕੁਇਲਿਬ੍ਰੀਅਮ ਨੂੰ ਸ਼ੋ ਕਰ ਰਿਹਾ ਹੈ, P ਪੁਆਇੰਟ ਹੈ ਜਿਹੜਾ ਐਕਸੈਸ ਸਪਲਾਈ ਨੂੰ ਸ਼ੋ ਕਰ ਰਿਹਾ ਹੈ ਕਿ ਸਪਲਾਈ ਹੈ ਜਿਹੜੀ ਉਹ ਆਪਣੀ डिमांड तो मनी की तो ज़्यादा है, ताकि रेट ऑफ इंटरेस्ट इंक्रीज हो जाएगा। एंड अगर क्यू पॉइंट की शो करे कि डिमांड फॉर मनी सप्लाई ऑफ मनी तो ज़्यादा है, तो डिमांड इंक्रीज होने नाल मनी की ता रेट ऑफ इंटरेस्ट इंक्रीज हो जाएगा। E1 पॉइंट इक्विलिब्रियम की पोजीशन ते आप अपने आप आ जाए। तो ये है अपनी LM कर्व। एंड स्लोप ऑफ LM कर्व साडी किस चीज़ से डिपेंड कर दिया, अपनी इनकम से डिपेंड कर दिया, क्योंकि इनकम ये सब दस रही है चेंज इन इनकम डिवाइड ते चेंज इन इन्वेस्टमेंट कि इनकम के थ्रू साडी इन्वेस्टमेंट दे विच कितना चेंज होया है। ते स्लोप ऑफ LM कर्व, ਤਾਂ स्लोप ने जी LM कर्व दी है फ्लैटर भी हो सकती है, स्टीपर भी हो सकती है। स्टीपर उदों होएगी जो ज़्यादा रेट ऑफ इंटरेस्ट का अफैक्ट घट, लेकिन अपना जो क्वांटिटी ऑफ मनी ज़्यादा इंक्रीज डिक्रीज हो रही है। डेट इज अ LM2 जो एक्स एक्सिस से थोड़ा जहा पैरेलल होएगी। एंड LM1 जो कहते रेट ऑफ इंटरेस्ट ज़्यादा चेंज हो रहा है, लेकिन क्वांटिटी ऑफ मनी घट साडी चेंज हो रही है। एंड पोजीशंस ऑफ LM कर्व की पोजीशन भी चेंज होएगी। शिफ्ट इन LM कर्व 2-3 रीजन के करके हो सकता है, या मनी सप्लाई मनी की रियल मनी सप्लाई इंक्रीज होनी, प्राइस कॉन्स्टेंट, जब प्राइस चेंज रियल मनी सप्लाई कॉन्स्टेंट, या फिर दोनों के बीच चेंज। ये थ्रू अगर रियल मनी सप्लाई इंक्रीज हो रही है तो LM कर्व अपनी राइट वर्ड शिफ्ट हो जाएगी, तो न्यू इक्विलिब्रियम पॉइंट बन जाएगा E2 E1 तो जिहदे थ्रू रेट ऑफ इंटरेस्ट भी अपना की हो जाएगा घट जाएगा। E1 तो आप E1 इक्विलिब्रियम की पोजीशन पे आ जावांगे, तो रेट ऑफ इंटरेस्ट घट के I1 तो I2 हो जाएगा। इस तरह जी अपनी LM कर्व अपनी की होएगी शिफ्ट होएगी। ये सी अपना आज का टॉपिक। कल आप करांगे इक्विलिब्रियम की पोजीशन किद्दां होएगी थ्रू द IS एंड LM कर्व की अपनी जी है वैलफेयर की इकोनॉमी दे विच कदों इक्विलिब्रियम होएगा, तो 2 सैक्टर्स के थ्रू इक्विलिब्रियम की पोजीशन देखांगे। आज तो अपना टॉपिक इत्थे ही खत्म होंदा है। धन्यवाद।